ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨਮੁਖ ਦੇਖ ਮਹੰਤ। ਮੁਸਕਾਵਤ ਬੋਲੇ ਬਚਨ ਕਲਗੀ ਸੀਸ ਸੁਭੰਤ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨਮੁਖ ਦੇਖ ਮਹੰਤ। ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦਇਆ ਰਹਿਮਤ ਬਖਸ਼ਿਸ਼ ਹੋਈ ਹੈ। ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਰਾਗੀ ਸਿੰਘਾਂ ਦੇ ਕੋਲੋਂ ਸਰਵਣ ਕੀਤਾ ਹੈ। ਕੁਝ ਸਮਾਂ ਗੁਰੂ ਘਰ ਦੀ ਮਹਾਨ ਪਵਿੱਤਰ ਕਥਾ ਆਪਾਂ ਨੇ ਸਰਵਣ ਕਰਨੀ ਹੈ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਉੱਤੇ ਸੁਭਾਈਮਾਨ ਹਨ। ਰਾਜਾ ਫਤਿਹ ਸ਼ਾਹ ਬਾਕੀ ਪਹਾੜੀ ਰਾਜਿਆਂ ਦੇ ਕਹਿਣ ਉੱਤੇ ਸਤਿਗੁਰੂ ਜੀ ਦੇ ਉੱਤੇ ਫੌਜ ਲੈ ਕੇ ਆ ਰਿਹਾ ਹੈ। 400 ਪਠਾਨ ਜਿਹੜਾ ਭੱਜ ਗਿਆ ਸੀ ਉਹ ਰਾਜੇ ਫਤਿਹ ਸ਼ਾਹ ਦੇ ਕੋਲ ਪਹੁੰਚਿਆ ਹੈ। ਉਹਨਾਂ ਪਠਾਨਾਂ ਨਾਲ ਫਤਿਹ ਸ਼ਾਹ ਦੀ ਗੰਢ ਤਪ ਹੋਈ ਹੈ। ਰਾਜੇ ਫਤਿਹ ਸ਼ਾਹ ਨੇ ਪੁੱਛਿਆ ਹੈ ਉਹਨਾਂ ਪਠਾਨਾਂ ਨੂੰ ਵੀ ਦੱਸੋ ਗੁਰੂ ਜੀ ਦੀ ਫੌਜ ਕਿਹੋ ਜਿਹੀ ਹੈ। ਉਹਨਾਂ ਨੇ ਅੰਦਰ ਦੇ ਭੇਦ ਦੱਸੇ ਹੈ। ਕੁਝ ਗੱਲਾਂ ਆਪਣੇ ਕੋਲੋਂ ਵਡਿਆ ਕੇ ਆਪਣੇ ਬਾਰੇ ਕਹਿ ਲਈਆਂ ਜੀ। ਲਾਲਚੀ ਬੰਦਾ ਕਦੀ ਵੀ ਸਾਧ ਸੰਗਤ ਜੀ ਕਿਸੇ ਦਾ ਵੀ ਨਹੀਂ ਬਣਦਾ ਜੀ। ਗੁਰੂ ਸਾਹਿਬ ਜੀ ਬਾਣੀ ਵਿੱਚ ਬਚਨ ਕਰਦੇ ਆ, ਲੋਭੀ ਕਾਵੇ ਸਾਹੋ ਨਾ ਕੀਜੈ ਜੇਕਾ ਪਾਰ ਵਸਾਏ। ਲੋਭੀ ਬੰਦਾ ਲਾਲਚੀ ਬੰਦਾ ਉਹਦਾ ਭਰੋਸਾ ਨਹੀਂ ਕਰਨਾ ਚਾਹੀਦਾ ਜੀ। ਅੱਜ ਉਹ ਕਿਸੇ ਦਾ ਕੱਲ੍ਹ ਉਹ ਕਿਸੇ ਦਾ ਵੀ ਹੋ ਸਕਦਾ ਜੀ। ਲੋਭੀ ਦਾ ਭਰੋਸਾ ਹੀ ਨਹੀਂ। ਜਿੱਥੇ ਮਾਇਆ ਵਿਖੀ ਉੱਥੇ ਉਹਨੇ ਉਸ ਪਾਸੇ ਨੂੰ ਹੋ ਜਾਣਾ ਜੀ।
ਇਹ ਲੋਭੀ ਹਨ, ਭਰੋਸੇਯੋਗ ਨਹੀਂ ਹੈਗੇ ਸਾਧ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭੇਦ ਦੱਸਿਆ ਸਾਰਾ ਜੀ। ਉਧਰ ਦਿਨ ਆਰੰਭ ਹੋ ਗਿਆ ਸਾਧ ਸੰਗਤ ਜੀ, ਜਿੱਦਣ ਜੰਗ ਹੋਣੀ ਸੀਗੀ ਜੀ। ਰਾਤ ਹੀ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਵੀ ਜਿਹੜੇ 500 ਉਦਾਸੀ ਨੇ ਉਹਨਾਂ ਨੂੰ ਕਹੋ ਹੁਣ ਪੱਗਾਂ ਬੰਨੋ, ਸ਼ਸਤਰ ਫੜੋ ਤੇ ਚੱਲੋ, ਜੰਗ ਵਿੱਚ ਚੱਲੋ, ਹਿੱਸਾ ਲਓ। ਉਹਨਾਂ ਨੂੰ ਪਤਾ ਲੱਗਾ ਜਿਹੜੇ ਤੇ ਸਾਧ ਸੰਗਤ ਜੀ ਸੂਰਮੇ ਨੇ ਉਹਨਾਂ ਨੂੰ ਤੇ ਚਾਅ ਚੜਿਆ, ਪਰ ਜਿਹੜੇ ਇਹ ਉਦਾਸੀ ਸੀਗੇ ਇਹ ਵਿਚਾਰੇ ਡਰ ਗਏ ਜੀ ਸਾਰੇ ਜੀ, ਵੀ ਅਸੀਂ ਖਾਮ ਖਾ ਮਰਾਂਗੇ। ਮਹਾਰਾਜ ਨੇ ਤੇ ਜੰਗ ਤੋਂ ਟਲਣਾ ਹੀ ਨਹੀਂ ਹੈ, ਇਹਨਾਂ ਨੇ ਤੇ ਜੰਗ ਦਾ ਫੁਰਨਾ ਬਣਾਇਆ ਤੇ ਸਾਡਾ ਔਖਾ ਹੋ ਜਾਏਗਾ। ਅਖੀਰ ਜਿਸ ਦਿਨ ਮਹਾਰਾਜ ਦੀ ਨੇ ਜੰਗ ਕਰਨੀ ਹੈ ਉਸ ਦਿਨ ਤੋਂ ਪਹਿਲਾਂ ਜਿਹੜੀ ਰਾਤ ਸੀ, ਅੱਧੀ ਰਾਤ ਨੂੰ ਉਹਨਾਂ ਉਦਾਸੀਆਂ ਨੇ ਮੀਟਿੰਗ ਕੀਤੀ ਤੇ ਗੁਰੂ ਸਾਹਿਬ ਜੀ ਦੇ ਚਰਨ ਛੱਡ ਕੇ ਭੱਜ ਗਏ ਜੀ। ਜੰਗ ਵਾਲਾ ਦਿਨ ਆਇਆ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਸਾਰੇ ਰਾਗੀ ਸਿੰਘਾਂ ਨੇ ਗੁਰਬਾਣੀ ਜੀ ਦਾ ਪਾਠ ਕੀਤਾ ਜੀ। ਹਾਂ, ਇੱਥੇ ਇਹ ਬੇਨਤੀ ਹੈ, ਜਿਹੜੀ ਤਾਕਤ ਹੈ ਨਾ ਜੀ ਉਹ ਬਾਣੀ ਨੇ ਦੇਣੀ ਹੈ। ਆਖੋ ਸ੍ਰੀ ਵਾਹਿਗੁਰੂ। ਤਾਕਤ ਬਾਣੀ ਨੇ ਦੇਣੀ ਹੈ, ਨਾਮ ਨੇ ਦੇਣੀ ਹੈ, ਨਿਰੇ ਸ਼ਸਤਰਾਂ ਨੇ ਨਹੀਂ ਦੇਣੀ ਸਾਧ ਸੰਗਤ ਜੀ। ਬਾਣੀ ਪੜ੍ਹਿਆਂ ਤਾਕਤ ਪੈਦਾ ਹੁੰਦੀ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਸਿੱਖ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਹੈ, ਨੇਮ ਕਰਦੇ ਹੈ, ਸਿਮਰਨ ਕਰਦੇ ਹੈ। ਫਿਰ ਕਮਾਲ ਦੀ ਗੱਲ, ਜਿਸ ਦਿਨ ਜੰਗ ਕਰਨੀ ਹੈ ਸੱਚੇ ਪਾਤਸ਼ਾਹ ਉਸ ਦਿਨ ਵੀ ਅੰਮ੍ਰਿਤ ਵੇਲੇ ਉੱਠ ਕੇ ਸਮਾਧੀ ਲਾਉਂਦੇ ਨੇ ਜੀ। ਇਹਦਾ ਮਤਲਬ ਕੀ ਹੈ? ਵੇਖੋ, ਇੱਕ ਨਿਰਾ ਇਤਿਹਾਸ ਹੁੰਦਾ ਸੰਗਤ ਜੀ, ਇੱਕ ਆਪਾਂ ਇਤਿਹਾਸ ਵਿੱਚੋਂ ਸਿੱਖਿਆ ਵੀ ਲੈਣੀ ਹੈ। ਹਾਂਜੀ, ਸਿੱਖਿਆ ਵੀ ਲੈਣੀ ਹੈ। ਭਾਵੇਂ ਇਹੋ ਜਿਹਾ ਵੀ ਦਿਨ ਹੋਵੇ, ਜੰਗ ਵਾਲਾ ਹੀ ਦਿਨ ਹੋਵੇ, ਪਰ ਆਪਣਾ ਨਿਤਨੇਮ ਕਰਨਾ, ਪਰਮੇਸ਼ਰ ਦਾ ਨਾਮ ਜਪਣਾ ਜ਼ਰੂਰੀ ਹੈ। ਹੁਣ ਵਿਆਹ ਵਾਲਾ ਹੀ ਦਿਨ ਹੁੰਦਾ, ਅਜੇ ਤਾਂ ਜੰਗ ਨਹੀਂ ਲੱਗੀ, ਵਿਆਹ ਵਾਲੇ ਦਿਨ ਹੀ ਸਿੰਘ ਨੂੰ ਪੁੱਛੋ ਵੀ ਲਾਵਾਂ ਲੈਣ ਤੇ ਆ ਗਿਆ ਤੇ ਨਿਤਨੇਮ ਪੂਰਾ ਕੀਤਾ ਹੀ? ਕਹਿੰਦਾ ਵੀ ਨਹੀਂ, ਨਿਤਨੇਮ ਤਾਂ ਨਹੀਂ ਪੂਰਾ ਹੋਇਆ ਅੱਜ। ਤਾਂ ਨਿਤਨੇਮ ਉਦੋਂ ਵੀ ਜ਼ਰੂਰੀ ਹੈ, ਨਿਤਨੇਮ ਉਦੋਂ ਵੀ ਜ਼ਰੂਰੀ ਹੈ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਸ ਦਿਨ ਉਹਨਾਂ ਦਾ ਆਨੰਦ ਕਾਰਜ ਸੀਗਾ ਨਾ ਜੀ, ਉਸ ਦਿਨ ਸ਼ਾਮ ਨੂੰ ਬੜੇ ਖੁਸ਼ ਸੀਗੇ ਉਹ, ਤੇ ਨਾਲ ਦੇ ਸਿੰਘਾਂ ਨੂੰ ਕਹਿੰਦੇ, ਵਿਦਿਆਰਥੀ ਸਨ ਸਾਰੇ, ਮਹਾਂਪੁਰਖ ਆਪ ਵੀ ਵਿਦਿਆਰਥੀ ਸੀ, ਕਹਿੰਦੇ ਮੈਂ ਬੜਾ ਖੁਸ਼ ਹਾਂ। ਸਿੰਘ ਕਹਿੰਦੇ ਵੀ ਖੁਸ਼ ਤੇ ਹੋਣਾ ਹੀ ਹੈ, ਤੁਹਾਡਾ ਵਿਆਹ ਹੋਇਆ। ਕਹਿੰਦੇ ਨਹੀਂ ਨਹੀਂ, ਇਸ ਗੱਲੋਂ ਖੁਸ਼ ਹਾਂ ਵੀ ਨਿਤਨੇਮ ਪੂਰਾ ਹੋ ਗਿਆ, ਅੱਜ ਦਾ ਨਿਤਨੇਮ ਪੂਰਾ ਹੋ ਗਿਆ। ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗ ਤੇ ਚੜ੍ਹਨ ਲੱਗੇ ਆ, ਪਰ ਸਮਾਧੀ ਲਾਈ ਸੱਚੇ ਪਾਤਸ਼ਾਹ ਜੀ ਨੇ, ਆਪਣਾ ਕਾਰਜ ਪੂਰਾ ਕੀਤਾ ਮੇਰੇ ਸਤਿਗੁਰੂ ਜੀ ਨੇ। ਉਧਰੋਂ ਮਹਾਰਾਜ ਜੀ ਨੇ ਤਿਆਰੀ ਕੀਤੀ ਪੂਰੀ, ਤੇ ਸਿੱਖ ਨੇ ਆ ਕੇ ਕਿਹਾ ਮਹਾਰਾਜ ਉਹ ਤੇ ਉਦਾਸੀ ਭੱਜ ਗਏ ਨੇ। ਮਹਾਰਾਜ ਕਹਿੰਦੇ ਸਾਰੇ ਭੱਜ ਗਏ ਨੇ? ਵੇਖੋ ਜਰਾ ਧਿਆਨ ਨਾਲ, ਮੁਸਕਰਾ ਕੇ ਕਿਹਾ, ਕਹਿੰਦੇ ਮਹਾਰਾਜ ਇੱਕ ਹੈਗਾ ਬੜੇ ਮੋਟੇ ਸਰੀਰ ਦਾ, ਜਿਹੜਾ ਉਹਨਾਂ ਦਾ ਮਹੰਤ ਹੈ, ਉਹ ਅਜੇ ਹੈਗਾ। ਸਤਿਗੁਰੂ ਕਹਿਣ ਲੱਗੇ ਫਿਰ ਜਾਓ ਉਹਨੂੰ ਲੈ ਕੇ ਆਓ। ਮਹੰਤ ਕਿਰਪਾਲ ਜੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਨੇਹਾ ਸੁਣ ਕੇ ਸਤਿਗੁਰੂ ਜੀ ਦੇ ਕੋਲ ਆਏ ਨੇ। ਗੁਰੂ ਸਾਹਿਬ ਨੇ ਕਿਹਾ ਸੀ ਕੋਈ ਨਹੀਂ, ਇੱਕ ਤਾਂ ਹੈਗਾ ਨਾ, ਮਹੰਤ ਰਹਿ ਗਿਆ, ਜੜ ਰਹਿ ਗਈ ਹੈ, ਕੋਈ ਨਹੀਂ, ਫੁੱਲ ਪੱਤੇ ਆਪੇ ਬਣ ਜਾਣੇ ਹੈ। ਜੇ ਮਹੰਤ ਵੀ ਭੱਜ ਜਾਂਦਾ ਸਾਧ ਸੰਗਤ ਜੀ, ਫਿਰ ਉਦਾਸੀਆਂ ਨੇ ਸਿੱਖ ਪੰਥ ਤੋਂ ਟੁੱਟ ਜਾਣਾ ਸੀਗਾ ਜੀ। ਜੇ ਉਦਾਸੀ ਗੁਰਮੁਖਾਂ ਨੂੰ ਗੁਰੂ ਪੰਥ ਨਾਲ ਜੁੜੇ ਰਹਿਣ ਦਾ ਮਾਣ ਪ੍ਰਾਪਤ ਹੈ ਨਾ, ਉਹ ਸਾਧ ਸੰਗਤ ਜੀ ਮਹੰਤ ਕਿਰਪਾਲ ਦਾਸ ਜੀ ਕਰਕੇ ਹੈ। ਪਾਉਂਟਾ ਸਾਹਿਬ ਉਹਨਾਂ ਦਾ ਅਸਥਾਨ ਬਣਿਆ,
ਮਹੰਤ ਕਿਰਪਾਲ ਦਾਸ ਜੀ ਦਾ ਅੱਜ ਵੀ ਉਹ ਸ਼ਿਲਾ ਪੱਥਰ ਮੌਜੂਦ ਹੈ ਜਿੱਥੇ ਮਹੰਤ ਕਿਰਪਾਲ ਦਾਸ ਜੀ ਬੈਠ ਕੇ ਜਪ ਤਪ ਕਰਦੇ ਹੁੰਦੇ ਸੀ। ਸ਼ਿਲਾ ਦੇ ਉੱਤੇ ਨਿਸ਼ਾਨ ਹੈਗਾ ਬੈਠਣ ਦਾ ਜੀ, ਪੱਥਰ ਦੇ ਉੱਤੇ ਜੀ। ਸੰਗਤਾਂ ਜਾਂਦੀਆਂ ਨੇ, ਜਿੱਥੇ ਸਤਿਗੁਰਾਂ ਦੇ ਸਥਾਨ ਤੇ ਨਮਸਕਾਰ ਕਰਦੀਆਂ ਨੇ, ਉੱਥੇ ਮਹੰਤ ਕਿਰਪਾਲ ਦਾਸ ਜੀ ਦੇ ਸਥਾਨ ਤੇ ਵੀ ਨਮਸਕਾਰ ਹੁੰਦੀ ਹੈ ਜੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਮਹੰਤ ਜੀ ਆ ਕੇ ਸਤਿਗੁਰੂ ਜੀ ਦੇ ਕੋਲ ਬੈਠ ਗਏ। ਬ੍ਰਹਮਚਰਜ ਵਿੱਚ ਬੜੇ ਪੱਕੇ ਸੀਗੇ ਜੀ। ਹੱਥ ਵਿੱਚ ਇਹਨਾਂ ਦੇ ਇੱਕ ਸੋਟਾ ਹੁੰਦਾ ਸੀਗਾ, ਲੱਕ ਨਾਲ ਤੇੜ ਕੁਪੀਨ ਬੰਨੀ ਹੈ, ਲੰਗੋਟਾ ਬੰਨਿਆ, ਬਾਕੀ ਸਰੀਰ ਉੱਤੇ ਕੋਈ ਵਸਤਰ ਨਹੀਂ ਹੈ, ਔਰ ਐਨ ਮਹਾਰਾਜ ਦੇ ਚਰਨਾਂ ਨਾਲ ਰੰਗੇ ਪਏ ਆ ਜੀ, ਰੰਗੇ ਪਏ ਆ। ਵੇਖੋ ਰੰਗਿਆ ਸਾਧ ਸੰਗਤ ਜੀ ਕੋਈ ਵੀ ਹੋ ਸਕਦਾ ਹੈ ਜੀ। ਆਓ ਹੁਣ ਅੱਗੋਂ ਬੜੇ ਪਿਆਰ ਨਾਲ ਸਤਿਗੁਰਾਂ ਦੀ ਕਥਾ ਸਰਵਣ ਕਰੀਏ। ਮਹੰਤ ਜੀ ਮਹਾਰਾਜ ਦੇ ਸਾਹਮਣੇ ਬੈਠੇ ਨੇ। ਗਰੀਬ ਨਵਾਜ ਮਹਾਰਾਜ ਜੋ ਬਚਨ ਕਰਦੇ ਆ ਉਹ ਆਪਾਂ ਨੇ ਸਰਵਣ ਕਰਨਾ ਹੈ। ਸਾਰੀ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨਮੁਖ ਦੇਖ ਮਹੰਤ, ਮੁਸਕਾਵਤ ਬੋਲੇ ਬਚਨ, ਕਲਗੀ ਸੀਸ ਸੁਭੰਤ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਮਹੰਤ ਜੀ ਬੈਠੇ ਤੇ ਸੱਚੇ ਪਾਤਸ਼ਾਹ ਮੁਸਕਰਾ ਪਏ ਜੀ ਵੇਖ ਕੇ। ਕਈ ਸ਼ਖਸੀਅਤਾਂ ਹੀ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਵੇਖ ਕੇ ਖੁਸ਼ੀ ਚੜ੍ਹ ਜਾਂਦੀ ਜੀ। ਹਾਂਜੀ, ਕਈ ਰੱਬ ਦੇ ਪਿਆਰੇ ਹੁੰਦੇ ਹੀ ਇਹੋ ਜਿਹੇ ਆ, ਉਹਨਾਂ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਜੀ। ਮਹੰਤ ਜੀ ਨੂੰ ਮਹਾਰਾਜ ਨੇ ਵੇਖਿਆ, ਕਲਗੀ ਝੁੱਲ ਰਹੀ ਸੱਚੇ ਪਾਤਸ਼ਾਹ ਜੀ ਦੀ ਜੀ। ਹਾਂਜੀ, ਤੇ ਮਹਾਰਾਜ ਮੁਸਕਰਾ ਪਏ ਤੇ ਮੁਸਕਰਾਉਂਦਿਆਂ ਹੋਇਆਂ ਬਚਨ ਕੀਤਾ। ਚੌਪਈ ਕਹੋ ਮਹੰਤ ਚੇਲ ਕਾ ਕਹਾ। ਮਹਾਰਾਜ ਕਹਿੰਦੇ ਮਹੰਤ ਜੀ ਚੇਲੇ ਕਿੱਥੇ ਗਏ ਤੇ ਸਾਰੇ ਦੱਸੋ। ਕਹਿੰਦੇ ਚੇਲੇ ਕਿੱਥੇ ਗਏ ਤੁਹਾਡੇ? ਨਿਤ ਜੋ ਅਚਹੈ ਤੇ ਹਾਵਲ ਮਹਾ। ਮਹਾਰਾਜ ਕਹਿੰਦੇ ਬੜਾ ਕੜਾ ਪ੍ਰਸ਼ਾਦ ਛਕਦੇ ਹੁੰਦੇ ਸੀਗੇ। ਹੈਂ, ਕਿੱਥੇ ਗਏ ਨੇ ਸਾਰੇ? ਮਹੰਤ ਜੀ ਤੁਹਾਡੇ ਚੇਲੇ ਕਿੱਥੇ ਗਏ ਨੇ? ਹਾਂਜੀ, ਖੇਤ ਮੁਲਾਇਮ ਚਰਬੇ ਹਾਰੇ, ਹਾਂਜੀ। ਪਸ ਹਰਿਆਓ ਮਨਿੰਦ ਸਿਧਾਰੇ। ਮਹਾਰਾਜ ਕਹਿਣ ਲੱਗੇ ਜਦੋਂ ਖੇਤ 'ਚ ਹਰੇ ਹਰੇ ਪੱਤੇ ਹੁੰਦੇ ਆ ਨਾ, ਉਦੋਂ ਫਿਰ ਪਸ਼ੂ ਆਉਂਦੇ ਚਰਨ ਵਾਸਤੇ। ਹਾਂਜੀ, ਤੇ ਜਦੋਂ ਉਹ ਪੱਤੇ ਨਿਕਲ ਜਾਂਦੇ ਫਿਰ ਪਸ਼ੂ ਵੀ ਭੱਜ ਜਾਂਦੇ ਆ। ਇਹ ਮਹਾਰਾਜ ਕਹਿੰਦੇ ਹਰੇ ਪੱਤੇ ਚਰਨ ਵਾਲੇ ਪਸ਼ੂ ਸੀਗੇ ਤੁਹਾਡੇ ਚੇਲੇ, ਕਿੱਥੇ ਚਲੇ ਗਏ ਸਾਰੇ? ਹਾਂਜੀ, ਭੁਗਤਨ ਹਿਤ ਕਰਾਹ ਨਿਤ ਬਾਂਛੇ। ਛਕਣ ਵਾਸਤੇ ਤੇ ਰੋਜ਼ ਹੀ ਸਾਡੇ ਕੋ ਕੜਾਹ ਪ੍ਰਸ਼ਾਦ ਮੰਗਦੇ ਸੀਗੇ ਵੀ ਕੜਾਹ ਪ੍ਰਸ਼ਾਦ ਦਿਓ ਸਾਨੂੰ। ਗਮਨ ਹੈ ਸੰਗਤ ਮਹਿ ਜਿਤ ਆਛੇ। ਤੇ ਸੰਗਤ ਵਿੱਚ ਵੀ ਕਦੀ ਇੱਧਰ ਤੁਰਦੇ ਸੀ, ਕਦੀ ਇੱਧਰ ਜਾਂਦੇ ਸੀ, ਮੌਜਾਂ ਲੈਂਦੇ ਸੀ ਗੁਰੂ ਘਰ ਚੋਂ। ਕਾਰਜ ਪਰੇ ਸ਼ੋਰ ਇਮ ਗਏ। ਐਨ ਵਧੀਆ ਵਧੀਆ ਪਦਾਰਥ ਛਕਦੇ ਸੀ। ਪਰ ਮਹੰਤ ਜੀ ਹੁਣ ਤੁਹਾਡੇ ਚੇਲੇ ਕਿੱਥੇ ਗਏ ਨੇ? ਕੰਮ ਪੈਣ ਤੇ ਸਾਨੂੰ ਛੱਡ ਕੇ ਚਲੇ ਗਏ ਆ। ਜਿਮ ਪਾਹੁਨ ਨਿਸਬਸ ਸੁਖ ਲਏ। ਮਹਾਰਾਜ ਕਹਿਣ ਲੱਗੇ ਪ੍ਰਾਹੁਣਿਆਂ ਵਰਗੇ ਸੀ, ਪ੍ਰਾਹੁਣਿਆਂ ਵਰਗੇ। ਆਖੋ ਵਾਹਿਗੁਰੂ ਵਾਹਿਗੁਰੂ। ਵੀ ਜਿਵੇਂ ਪ੍ਰਾਹੁਣਾ ਆਉਂਦਾ ਰਾਤ ਰਹਿੰਦਾ, ਖਲਾਰਾ ਨਹੀਂ ਸਾਂਭਦਾ, ਅਗਲੇ ਦਿਨ ਚੁੱਪ ਕਰਕੇ ਤੁਰ ਪੈਂਦਾ। ਕਈ ਬੰਦੇ ਪ੍ਰਾਹੁਣਿਆਂ ਵਾਂਗੂ ਹੀ ਆਉਂਦੇ ਆ। ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਘਰ ਕਦੀ ਵੀ ਪ੍ਰਾਹੁਣੇ ਬਣ ਕੇ ਨਹੀਂ ਆਉਣਾ ਜੀ। ਇੱਥੇ ਵੇਖੋ ਕੋਈ ਕੌਲੀ ਤਾਂ ਨਹੀਂ ਮਾਂਜਣ ਵਾਲੀ, ਇੱਥੇ ਵੇਖੋ ਝਾੜੂ ਦੀ ਸੇਵਾ ਕਰਨ ਵਾਲੀ ਤੇ ਨਹੀਂ, ਇੱਥੇ ਵੇਖੋ ਦਰਵਾਜ਼ੇ ਸਾਫ਼ ਹੋਣ ਵਾਲੇ ਤੇ ਨਹੀਂ, ਇੱਥੇ ਵੇਖੋ ਵੀ ਜੋੜੇ ਟੇਢੇ ਮੇਢੇ ਤੇ ਨਹੀਂ ਪਏ, ਇੱਥੇ ਵੇਖੋ ਕਿਹੜੀ ਚੀਜ਼ ਸਾਫ਼ ਹੋਣ ਵਾਲੀ ਹੈ। ਗੁਰੂ ਘਰ ਸਾਰਿਆਂ ਦਾ ਹੀ ਘਰ ਹੈ, ਇੱਥੇ ਸੇਵਾ ਕਰਨੀ ਆਪਾਂ। ਮਹਾਰਾਜ ਕਹਿੰਦੇ ਤੇ ਪ੍ਰਾਹੁਣਿਆਂ ਵਰਗੇ ਸੀਗੇ, ਪ੍ਰਾਹੁਣਿਆਂ ਵਰਗੇ।
ਜਿਵੇਂ ਪ੍ਰਾਹੁਣੇ ਆਉਂਦੇ ਛਕ ਛਕਾ ਕੇ ਚੱਲ ਜਾਂਦੇ ਜੀ, ਉਸੇ ਤਰ੍ਹਾਂ ਇਹਨਾਂ ਨੇ ਕੀਤਾ। ਹਾਂਜੀ ਕਹਾਂ ਭਇਓ ਜੋ ਉਡਗਨ ਨਾਹੀ, ਹਾਂਜੀ। ਦਿਪਤੈ ਚੰਦ ਦਸੋਂ ਦਿਸ਼ ਮਾਹੀ। ਮਹਾਰਾਜ ਕਹਿਣ ਲੱਗੇ ਕੀ ਗੱਲ, ਚੰਦ ਤੇ ਹੈਗਾ ਪਰ ਤਾਰੇ ਨਹੀਂ ਹੈਗੇ ਲੱਗੇ। ਭਾਵ ਮੰਤ ਜੀ ਤੁਸੀਂ ਤੇ ਬੈਠੇ ਤੇ ਤਾਰੇ ਨਜ਼ਰ ਹੀ ਨਹੀਂ ਆ ਰਹੇ। ਹਾਂਜੀ ਸੁਨਤ ਕਿਰਪਾਲ ਮਹੰਤ ਉਚਾਰੀ। ਹੁਣ ਮਹੰਤ ਕਿਰਪਾਲ ਦਾਸ ਜੀ ਬੜੇ ਸਿਆਣੇ ਨੇ ਸਾਧ ਸੰਗਤ ਜੀ। ਕਮਾਈ ਸੀ ਨਾ ਜੀ, ਸਿਆਣਪਾਂ ਸਾਰੀਆਂ ਕਮਾਈ ਨਾ ਆ ਜਾਂਦੀਆਂ ਜੀ। ਮਹੰਤ ਜੀ ਹੱਥ ਜੋੜ ਕੇ ਗਰੀਬ ਨਵਾਜ ਮਹਾਰਾਜ ਜੀ ਨੂੰ ਕਹਿਣ ਲੱਗੇ, ਗੁਰ ਚੇਲੇ ਸਭ ਸ਼ਰਨ ਤੁਮਾਰੀ। ਕਹਿੰਦੇ ਮਹਾਰਾਜ ਕੀ ਚੇਲਾ ਤੇ ਕੀ ਗੁਰੂ, ਅਸੀਂ ਤੇ ਸਾਰੇ ਤੁਹਾਡੇ ਚਰਨਾਂ ਵਿੱਚ ਆ ਗਏ ਮਹਾਰਾਜ। ਆਖੋ ਵਾਹਿਗੁਰੂ ਵਾਹਿਗੁਰੂ। ਇੰਨੀ ਗੱਲ ਕਹਿ ਕੇ ਚੇਲੇ ਵੀ ਬਖਸ਼ਾ ਦੇ ਜੀ ਆਪਣੇ ਜੀ। ਗੁਰ ਚੇਲੇ ਸਭ ਸ਼ਰਨ ਤੁਮਾਰੀ, ਮਹਾਰਾਜ ਅਸੀਂ ਸਭ ਤੁਹਾਡੀ ਸ਼ਰਨ ਚ ਹੈਗੇ ਆ। ਸਿਆਣਾ ਹੁੰਦਾ ਨਾ ਜੀ, ਸਿਆਣਾ ਬੰਦਾ ਇੱਕ ਗੱਲ ਕਰਕੇ ਸਾਰਿਆਂ ਦਾ ਭਲਾ ਕਰ ਦਿੰਦਾ ਜੀ। ਹਾਂਜੀ ਭਲੇ ਬੁਰੇ ਸੰਭਾਰਨ ਵਾਰੇ। ਫਿਰ ਕੀ ਹੋਇਆ ਮਹਾਰਾਜ ਚਲੇ ਗਏ ਹੋ, ਭਲਿਆਂ ਬੁਰਿਆਂ ਨੂੰ ਸਾਂਭਣ ਵਾਲੇ ਤੁਸੀਂ ਹੋ ਮਹਾਰਾਜ। ਸਾਨੂੰ ਮਾੜਿਆਂ ਨੂੰ ਸਾਂਭਣ ਵਾਲੇ ਤੁਸੀਂ ਹੋ ਸੱਚੇ ਪਾਤਸ਼ਾਹ। ਤੁਮ ਹੋ ਗੁਰ ਪੂਰਨ ਬਲ ਭਾਰੇ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਮਹਾਰਾਜ ਤੁਸੀਂ ਪੂਰਨ ਚ, ਤੁਸੀਂ ਬਲ ਵਾਲੇ ਹੋ, ਤਾਕਤ ਵਾਲੇ ਹੋ ਸੱਚੇ ਪਾਤਸ਼ਾਹ। ਤੁਸੀਂ ਮਾੜਿਆਂ ਨੂੰ ਵੀ ਸਾਂਭ ਸਕਦੇ ਹੋ। ਹਾਂਜੀ ਵੱਡੇ ਭਾਗ ਕੈ ਪ੍ਰਾਪਤ ਹੋਵਾ। ਬੜੇ ਵੱਡੇ ਭਾਗਾਂ ਨਾਲ ਸਾਨੂੰ ਤੁਹਾਡੀ ਪ੍ਰਾਪਤੀ ਹੋਈ ਹੈ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸਾਡੀ ਕਿਸਮਤ ਚੰਗੀ ਹੈ, ਸਾਨੂੰ ਸੱਚੇ ਪਾਤਸ਼ਾਹ ਤੁਸੀਂ ਮਿਲੇ ਹੋ। ਸੰਕਟ ਜਨਮ ਮਰਨ ਕੋ ਖੋਵਾ। ਤੇ ਗਰੀਬ ਨਵਾਜ ਸਾਡਾ ਤੇ ਜਨਮ ਮਰਨ ਦੇ ਸੰਕਟ ਦੂਰ ਹੋ ਗਏ ਨੇ। ਸਤਿਗੁਰੂ ਜੀ ਤੁਸੀਂ ਜੀ ਮਿਲ ਗਏ ਹੋ। ਹਾਂਜੀ ਬ੍ਰਹਮਾਦਿਕ ਸੰਦਾਦਿਕ ਸਾਰੇ। ਸ਼ੇਖ ਸਾਰਦਾ ਪਾਏ ਨਾ ਵਾਰੇ। ਹੁਣ ਸ਼ਰਧਾ ਤੇ ਸ਼ਰਧਾ, ਸ਼ਰਧਾ ਪਿਆਰ ਮਹੰਤ ਜੀ ਮਹਾਰਾਜ ਦੀ ਸਿਫਤ ਕਰਨ ਲੱਗ ਪਏ। ਮਹਾਰਾਜ ਉਹਨਾਂ ਨੂੰ ਪਤਾ ਨਹੀਂ ਸੀ ਤੁਸੀਂ ਕੌਣ ਹੋ, ਪਰ ਮਹਾਰਾਜ ਮੈਨੂੰ ਤੇ ਪਤਾ ਹੈ ਨਾ। ਲੋਕ ਬ੍ਰਹਮਾ ਜੀ ਨੂੰ ਮੱਥਾ ਟੇਕਦੇ ਨਮਸਕਾਰਾਂ ਕਰਦੇ ਆ, ਬ੍ਰਹਮਾ ਜੀ ਵੀ ਤਾਂ ਕਿਸੇ ਦਾ ਨਾਮ ਜਪਦੇ ਹੀ ਹੈ ਨਾ। ਆਖੋ ਸ੍ਰੀ ਵਾਹਿਗੁਰੂ। ਕਿਹਦਾ ਨਾਮ ਜਪਦੇ ਆ? ਬ੍ਰਹਮਾ ਜੀ ਅਕਾਲ ਪੁਰਖ ਦਾ ਨਾਮ ਜਪਦੇ। ਅਕਾਲ ਪੁਰਖ ਦਾ, ਅਕਾਲ ਪੁਰਖ ਕੀ ਦੇਹ ਮੋ ਕੋਟਿਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋਰ ਜਲੇਸ। ਹੇ ਸੱਚੇ ਪਾਤਸ਼ਾਹ, ਬ੍ਰਹਮਾ ਜੀ ਜਿਸ ਅਕਾਲ ਪੁਰਖ ਜੀ ਦਾ ਨਾਮ ਜਪਦੇ, ਉਹ ਅਕਾਲ ਪੁਰਖ ਦਾ ਰੂਪ ਹੋ ਤੁਸੀਂ ਸੱਚੇ ਪਾਤਸ਼ਾਹ। ਆਖੋ ਵਾਹਿਗੁਰੂ ਵਾਹਿਗੁਰੂ। ਬ੍ਰਹਮਾਦਿਕ, ਕੱਲੇ ਬ੍ਰਹਮਾ ਨਹੀਂ, ਬ੍ਰਹਮਾ ਦੇ ਨਾਲ ਜਿੰਨੇ ਦੇਵਤੇ ਨੇ, ਸਨਕਾਦਿਕ ਬ੍ਰਹਮਾ ਦੇ ਪੁੱਤਰ ਸਨਕ, ਸਨੰਦਨ, ਸਨਤ ਤੇ ਸਨਾਤਨ ਕੁਮਾਰ, ਸਨਾਤਨ ਤੇ ਸਨਤ ਕੁਮਾਰ, ਮਹਾਰਾਜ ਦੱਸਦੇ ਆ ਉਹ ਵੇਦਾਂ ਦੇ ਨਾਂ ਨੇ ਜੀ। ਮਹਾਰਾਜ ਉਹਦੇ ਚ ਕਿਹਦਾ ਜਸ ਹੈ? ਤੁਹਾਡਾ ਹੀ ਜਸ ਹੈ। ਹਾਂਜੀ ਧਿਆਨ ਬਿਖੈ ਜੋਗੀਸਰ ਧਿਆਵੈ। ਹੇ ਸੱਚੇ ਪਾਤਸ਼ਾਹ, ਵੱਡੇ ਵੱਡੇ ਜੋਗੀ ਦਿਨ ਰਾਤ ਜਿਹਨੂੰ ਧਿਆਨ ਵਿੱਚ ਧਿਆ ਰਹੇ ਨੇ, ਤੁਹਾਨੂੰ ਹੀ ਧਿਆ ਰਹੇ ਨੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਘਟਾਓ, ਤੁਹਾਨੂੰ ਹੀ ਧਿਆ ਰਹੇ ਸੱਚੇ ਪਾਤਸ਼ਾਹ। ਕਿਹਨੂੰ ਧਿਆ ਰਹੇ ਨੇ ਮਹਾਰਾਜ? ਸ਼ਰਧਾ ਨਾ ਜੀ। ਹੁਣ ਉਹ ਕਮਾਈ ਵਾਲੇ ਨੇ ਸਾਧ ਸੰਗਤ ਜੀ। ਸ਼ਰਧਾ ਵੀ ਹੋਵੇ ਤੇ ਕਮਾਈ ਵੀ ਹੋਵੇ ਤੇ ਫਿਰ ਨਾ ਜੀ ਬੰਦਾ ਬਹੁਤ ਭਲਾ ਕਰ ਸਕਦਾ ਜੀ। ਸ਼ਰਧਾ ਤੇ ਹੈਗੀ ਹੈ ਪਰ ਨਾਮ ਨਹੀਂ ਜਪਦਾ ਜੀ। ਗੁਰੂ ਸਾਹਿਬ ਤੇ ਸ਼ਰਧਾ ਤੇ ਬੜੀ ਹੈ ਪਰ ਨਾਮ ਦੀ ਕਮਾਈ ਨਹੀਂ ਹੈਗੀ ਜੀ, ਤਾਂ ਵੀ ਬਹੁਤਾ ਭਲਾ ਨਹੀਂ ਹੋ ਸਕਦਾ ਜੀ। ਪਰ ਸ਼ਰਧਾ ਵੀ ਬੜੀ ਹੈ ਤੇ ਨਾਮ ਵੀ ਬੜਾ ਜਪਿਆ।
ਇਹੋ ਜਿਹਾ ਬੰਦਾ ਆਪ ਤੇ ਤਰਦਾ, ਆਪਣੇ ਸੰਗੀ ਸਾਥੀਆਂ ਨੂੰ ਵੀ ਤਾਰਦਾ ਜੀ। ਹੇ ਸੱਚੇ ਪਾਤਸ਼ਾਹ, ਉਹ ਤੇ ਬੱਚੇ ਸੀਗੇ ਤੁਹਾਡੇ। ਮਹਾਰਾਜ ਤੁਸੀਂ ਤੇ ਉਹ ਹੋ ਵੱਡੇ ਵੱਡੇ ਜੋਗੀ, ਜਿਸ ਪਰਮੇਸ਼ਰ ਨੂੰ ਧਿਆਨ ਵਿੱਚ ਜੁੜ ਕੇ ਧਿਆਉਂਦੇ ਆ। ਮਹਾਰਾਜ ਤੁਸੀਂ ਉਸ ਪਰਮੇਸ਼ਰ ਦਾ ਰੂਪ। ਹਾਂਜੀ। ਰਿਖ ਨਾਰਦ ਤੇ ਆਦਿਕ ਗਾਵੇ। ਨਾਰਦ ਆਪਣੇ ਹੱਥ 'ਚ ਖੜਤਾਲਾਂ ਲੈ ਕੇ ਜਿਸ ਅਕਾਲ ਪੁਰਖ ਦਾ ਕੀਰਤਨ ਕਰਦਾ, ਉਹ ਵੀਣਾ ਲੈਂਦਾ। ਵੀਣਾ ਜੀ, ਉਹਦੇ ਕੋਲ ਵੀਣਾ ਹੁੰਦੀ ਹੈ, ਸਾਜ਼ ਹੁੰਦਾ ਨਾਰਦ ਮੁਨੀ ਕੋਲ। ਵੇਖਿਆ ਹੋਣਾ ਤੁਸੀਂ ਜੀ। ਹਾਂਜੀ, ਉਹ ਨਾਰਾਇਣ ਨਾਰਾਇਣ ਕਰਦਾ ਰਹਿੰਦਾ ਜੀ। ਮਹਾਰਾਜ ਉਹ ਤੁਸੀਂ ਹੋ ਸੱਚੇ ਪਾਤਸ਼ਾਹ, ਉਹ ਤੁਹਾਡਾ ਹੀ ਜਸ ਕਰਦਾ ਸੱਚੇ ਪਾਤਸ਼ਾਹ। ਅਸਲ 'ਚ ਉਹ ਜਾਣਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਜੀ ਦਾ ਰੂਪ ਨੇ। ਹਾਂਜੀ। ਇੰਦਰਾਦਿਕ ਸੁਰ ਕਿੰਨਰ ਜਛ। ਫਿਰ ਮਹਾਰਾਜ ਇੰਦਰ ਦੇਵਤਿਆਂ ਦਾ ਰਾਜਾ ਤੇ ਉਹਦੇ ਨਾਲ ਦੇ ਸਾਰੇ ਰਾਜੇ ਦੇਵਤੇ, ਵਾਹਿਗੁਰੂ, ਕਿੰਨਰ ਜਛ। ਵਿਦਿਆ ਧਾਰ ਗੰਧਰਵ ਪ੍ਰਤੱਛ। ਵਿਦਿਆ ਧਾਰ ਤੇ ਗੰਧਰਵ ਦਿਨ ਰਾਤ ਤੁਹਾਨੂੰ ਗਾਉਂਦੇ ਨੇ ਤੇ ਤੁਹਾਡਾ ਹੀ ਜਸ ਕਰਦੇ ਨੇ ਸੱਚੇ ਪਾਤਸ਼ਾਹ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਰਦੇ ਅਕਾਲ ਪੁਰਖ ਜੀ ਦਾ, ਤੇ ਜਿਹੜਾ ਅਕਾਲ ਪੁਰਖ ਜੀ ਦਾ ਜਸ ਕਰਦਾ ਪਰਮੇਸ਼ਰ ਦਾ ਆਪੇ ਹੀ ਉਹ ਮਹਾਰਾਜ ਦਸਵੇਂ ਪਾਤਸ਼ਾਹ ਦਾ ਆਪੇ ਹੋ ਜਾਂਦਾ ਜੀ। ਇੱਕ ਰੂਪ ਜੂ ਹੋਏ ਜੀ। ਹਾਂਜੀ। ਚਰਨ ਕਮਲ ਤੁਵ ਕਰਹਿ ਆਰਾਧਨ। ਮਹਾਰਾਜ ਉਹ ਤੇ ਬੱਚੇ ਹੀ ਜਿਹੜੇ ਛੱਡ ਗਏ, ਉਹਨਾਂ ਨੂੰ ਸਮਝ ਨਹੀਂ ਸੀ। ਦਿਨ ਰਾਤ ਦੇਵੀ ਦੇਵਤੇ ਸਭ ਤੁਹਾਨੂੰ ਹੀ ਧਿਆਉਂਦੇ ਸੱਚੇ ਪਾਤਸ਼ਾਹ। ਹਾਂਜੀ। ਤਪ ਆਦਿਕ ਸਾਧਹਿ ਗਨ ਸਧਾਨ। ਵੱਡੇ ਵੱਡੇ ਸਾਧਨਾ ਦੇ ਨਾਲ ਲੋਕ ਤਪ ਕਰਦੇ ਆ। ਕਿਹਦੇ ਲਈ ਕਰ ਰਹੇ ਆ? ਤੁਹਾਡੀ ਖੁਸ਼ੀ ਲਈ ਕਰ ਰਹੇ ਨੇ। ਤੇ ਸੱਚੀ ਗੱਲ 'ਚ ਜਿਹੜੇ ਤੇ ਗੁਰੂ ਗੋਬਿੰਦ ਸਿੰਘ ਖੁਸ਼ ਹੋ ਗਏ, ਸਮਝੋ ਉਹਦੇ ਤੇ ਰੱਬ ਖੁਸ਼ ਹੋ ਗਿਆ ਜੀ। ਇੱਕੋ ਹੀ ਗੱਲ ਹੈ ਜੀ। ਕਾਲੇ ਖਾਂ ਤੇ ਮਹਾਰਾਜ ਖੁਸ਼ ਹੋਏ, ਸਮਝੋ ਪਰਮੇਸ਼ਰ ਖੁਸ਼ ਹੋ ਗਿਆ ਜੀ। ਹਾਂਜੀ। ਹਮ ਲੋਕਨ ਕੇ ਭਾਗ ਵਡੇਰੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਸਾਡੇ ਲੋਕਾਂ ਦੇ ਭਾਗ ਬੜੇ ਵੱਡੇ ਨੇ। ਲੋਚਨ ਗੋਚਰ ਤੁਮ ਕਉ ਹੇਰੇ। ਜਿਹੜੇ ਇਹਨਾਂ ਅੱਖਾਂ ਨਾਲ ਤੁਹਾਡੇ ਦਰਸ਼ਨ ਕਰਦੇ ਹਾਂ। ਵੱਡੇ ਵੱਡੇ ਦੇਵੀ ਦੇਵਤੇ ਸਾਧੂ ਲੋਕ ਤਪੱਸਿਆ ਕਰਦੇ ਤੁਹਾਡੇ ਦਰਸ਼ਨਾਂ ਵਾਸਤੇ। ਅਸੀਂ ਹਰ ਵੇਲੇ ਤੁਹਾਡੇ ਦਰਸ਼ਨ ਕਰਦੇ ਹਾਂ। ਹਾਂਜੀ। ਮਨ ਬਾਣੀ ਕੋ ਵਿਸ਼ੈ ਨ ਹੋਈ। ਭਾਖਤ ਸ਼ਰੁਤ ਸਿਮਰਤ ਸਭ ਕੋਈ। ਅਸਲ ਵਿੱਚ ਤੁਸੀਂ ਮਨ ਬਾਣੀ ਦਾ ਵਿਸ਼ਾ ਨਹੀਂ ਧਿਆ ਗਏ। ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਗੱਲਾਂ ਕਰਕੇ ਨਹੀਂ ਹੋ ਸਕਦੀ ਜੀ। ਆਖੋ ਸ਼੍ਰੀ ਵਾਹਿਗੁਰੂ। ਵਾਹਿਗੁਰੂ। ਗੱਲਾਂ ਕਰਕੇ ਕੋਈ ਕਿੰਨੀ ਕੁ ਸਿਫਤ ਕਰ ਲਾਂਗੇ ਆਪਾਂ ਮਹਾਰਾਜ ਦੀ, ਕਿੰਨੀ ਕੁ ਵਡਿਆਈ ਕਰ ਲਾਂਗੇ, ਰੁਕਣਾ ਹੀ ਪੈਣਾ ਜੀ। ਅਕਾਲ ਪੁਰਖ ਦੀ, ਗੁਰੂ ਸਾਹਿਬ ਦੀ ਸਿਫਤ ਜਿਹੜੀ ਆ ਕੋਈ ਕਿੰਨੀ ਕੁ ਕਰ ਲੇਗਾ, ਕਿੰਨੀ ਕੁ ਕਰ ਲੇਗਾ। ਅੱਜ ਇੱਕ ਰੱਬ ਦੇ ਪਿਆਰੇ ਬੈਠੇ ਤੋਂ ਗੱਲਬਾਤ ਕਰਨ ਦੇ, ਇੱਕ ਓਅੰਕਾਰ ਕਹਿੰਦੇ। ਜਦੋਂ ਓਅੰਕਾਰ ਲਿਖਿਆ ਬੜਾ ਕੁਝ ਸਮੇਟ ਕੇ ਬੈਠਾ। ਓਅੰਕਾਰ, ਓਅੰਕਾਰ ਜਦੋਂ ਲਿਖੀਦਾ ਤੇ ਇੱਕ ਖਾਨਾ ਥੱਲੇ ਬਣਦਾ, ਇੱਕ ਉੱਤੇ ਬਣਦਾ, ਇੱਕ ਉੱਪਰਲਾ ਖਾਨਾ ਖੁੱਲਾ ਹੀ ਐਸਾ ਸੰਗਤ ਜੀ। ਤਿੰਨ ਖਾਨੇ ਨੇ। ਉਹ ਕਹਿੰਦੇ ਇਹ ਤਿੰਨ ਲੋਕ ਨੇ, ਤਿੰਨ ਲੋਕ। ਓਅੰਕਾਰ 'ਚ ਤਿੰਨੋਂ ਹੀ ਲੋਕ ਆ ਜਾਂਦੇ ਜੀ। ਮਾਤ ਲੋਕ, ਇੱਕ ਸਵਰਗ ਲੋਕ, ਇੱਕ ਪਤਾਲ ਲੋਕ ਜੀ। ਇਹਦੇ ਵਿੱਚ ਹੀ ਆ ਗਏ ਜੀ, ਊੜੇ ਦੇ ਵਿੱਚ ਆ ਗਏ ਜੀ ਸਾਰੇ ਜੀ। ਹਾਂਜੀ। ਪਰ ਮਹਾਰਾਜ ਨੇ ਕਿਰਪਾ ਕੀਤੀ, ਊੜੇ ਦਾ ਮੂੰਹ ਖੋਲ ਦਿੱਤਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਇੱਕ ਓਅੰਕਾਰ ਜਦੋਂ ਲਿਖੀਦਾ, ਓਅੰਕਾਰ ਜਦੋਂ ਲਿਖਦੇ ਆ ਊੜੇ ਦਾ ਮੂੰਹ ਖੁੱਲ ਜਾਂਦਾ ਜੀ। ਹਾਂਜੀ। ਇਹਦਾ ਭਾਵ ਦੱਸਦੇ, ਕਹਿੰਦੇ ਇਹਦਾ ਭਾਵ ਇਹ ਹੈ ਵੀ ਹੇ ਵਾਹਿਗੁਰੂ, ਇਸ ਤਿੰਨਾਂ ਲੋਕਾਂ ਵਿੱਚ ਹੈ ਤਾਂ ਹੈ ਪਰ ਤੂੰ, ਪਰ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਖੁੱਲਾ ਜੀ ਗਾਂ, ਕੋਈ ਅੰਤ ਨਹੀਂ ਹੈਗਾ।
ਇੱਕ ਓਂਕਾਰ ਮੁੱਕਦਾ ਥੋੜੀ ਸਾਧ ਸੰਗਤ ਜੀ। ਉਹ ਤਾਂ ਆਪਾਂ ਇੱਕ ਬਣਾਇਆ ਵੀ ਊੜਾ ਦਾ ਮੂੰਹ ਖੋਲ ਕੇ ਇੰਜ ਕਰਕੇ ਉੱਪਰ ਲਾਈਨ ਕਰ ਦੋ ਤੇ ਰੋਕ ਦੋ। ਉਹ ਤੇ ਖੋਲਤਾ ਜੀ ਮੂੰਹ ਉਹਦਾ ਮਹਾਰਾਜ ਨੇ। ਐਂਡਲੈਸ ਕੰਮ, ਐਂਡਲੈਸ ਕੰਮ। ਜਿਵੇਂ ਪਰਮੇਸ਼ਰ ਦੀ ਸਿਫਤ ਐਂਡਲੈਸ ਹੈ ਨਾ, ਉਵੇਂ ਗੁਰੂ ਸਾਹਿਬ ਦੀ ਸਿਫਤ ਵੀ ਐਂਡਲੈਸ ਹੈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਪੂਰੀ ਨਹੀਂ ਹੋ ਸਕਦੀ ਜੀ। ਮਹੰਤ ਕਿਰਪਾਲ ਦਾਸ ਜੀ ਕਹਿੰਦੇ ਮਹਾਰਾਜ ਤੁਸੀਂ ਕੋਈ ਮਨ ਬਾਣੀ ਦਾ ਥੋੜੀ ਵਿਸ਼ਾ ਜੇ। ਹਾਂਜੀ। ਭਾਖਤ ਸ਼ਰੁਤ ਸਿਮਰਤ ਸਭ ਕੋਈ। ਹਾਂ, ਸ਼ਰੁਤੀਆਂ ਸਿਮਰਤੀਆਂ ਸਾਰੀਆਂ ਤੁਹਾਡਾ ਹੀ ਜਸ ਕਰਦੀਆਂ ਨੇ ਮਹਾਰਾਜ। ਹਾਂਜੀ। ਆਸ ਪ੍ਰਭ ਪਾਏ ਕੌਣ ਤਜ ਸਕੈ। ਹੇ ਮਹਾਰਾਜ, ਜਿਹਨੂੰ ਇਹੋ ਜਿਹਾ ਰੱਬ ਆਪ ਧਰਤੀ ਤੇ ਮਿਲ ਜਾਵੇ ਉਹਨੂੰ ਕੌਣ ਛੱਡ ਸਕਦਾ ਹੈ ਜੀ। ਕੌਣ ਛੱਡ ਸਕਦਾ ਤੁਹਾਨੂੰ ਜੀ। ਹਾਂਜੀ। ਜਿਸ ਕੇ ਪਦ ਸਰੋਜ ਸੁਰ ਤਕੈ। ਮਹਾਰਾਜ ਉਹ ਤੇ ਅਣਜਾਣ ਨੇ। ਤੁਹਾਡੇ ਚਰਨਾਂ ਕਮਲਾਂ ਨੂੰ ਤੇ ਸੱਚੇ ਪਾਤਸ਼ਾਹ ਦੇਵਤੇ ਵੀ ਤੱਕਦੇ ਨੇ। ਦੇਵਤੇ ਵੀ ਚਾਹੁੰਦੇ ਆ ਕਿ ਸਤਿਗੁਰੂ ਜੀ ਦੀ ਸੇਵਾ ਕਰੀਏ ਜੀ। ਹਾਂਜੀ। ਭੂਲ ਚੂਕ ਦਾਸਨ ਤੇ ਹੋਏ। ਫਿਰ ਕੀ ਮਹਾਰਾਜ, ਉਹ ਬੱਚੇ ਹੈਗੇ ਆ, ਉਹ ਉਦਾਸੀ ਸਾਰੇ ਮੇਰੇ ਨਾਲ ਦੇ ਚਲੇ ਗਏ ਹੈ। ਸੇਵਕਾਂ ਤੋਂ ਹੀ ਭੁੱਲਾਂ ਹੁੰਦੀਆਂ ਨੇ। ਸੇਵਕਾਂ ਕੋਲੋਂ ਭੁੱਲਾਂ ਹੋ ਜਾਂਦੀਆਂ ਜੀ। ਇਹ ਸਾਡੇ ਲਈ ਤੇ ਪੰਕਤੀ। ਹੱਥ ਜੋੜੋ ਸਾਰੇ, ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਿਉਂ? ਸਾਡੇ ਤੋਂ ਭੁੱਲਾਂ ਹੁੰਦੀਆਂ ਸੰਗਤ ਜੀ। ਇੱਕ ਨਹੀਂ, ਬੜੀਆਂ ਹੀ ਭੁੱਲਾਂ ਹੋ ਜਾਂਦੀਆਂ ਜੀ। ਮਹਾਰਾਜ ਭੁੱਲਾਂ ਗਲਤੀਆਂ ਸੇਵਕਾਂ ਤੋਂ ਹੀ ਹੁੰਦੀਆਂ ਨੇ। ਬਖਸ਼ਨਹਾਰ ਪ੍ਰਭੂ ਤੁਮ ਸੋਏ। ਪਰ ਮਹਾਰਾਜ ਅਸੀਂ ਆ ਭੂਲ ਵਿਗਾੜ, ਅਸੀਂ ਆ ਗਲਤੀਆਂ ਵਾਲੇ। ਤੇ ਮਹੰਤ ਜੀ ਮਹਾਰਾਜ ਦੇ ਸਾਹਮਣੇ ਬਹਿ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਤੇ ਬਖਸ਼ਣ ਵਾਲੇ ਹੋ ਨਾ, ਤੁਸੀਂ ਤੇ ਬਖਸ਼ੇ ਨਾ। ਹਮ ਭੂਲ ਵਿਗਾੜ ਹੈ ਦਿਨ ਸਰਾਤ ਦੇ ਮਤ ਸਮਝਾਏ। ਹਮ ਬਾਰਕ ਤੂੰ ਗੁਰ ਪਿਤਾ ਹੈ। ਆਖੋ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਅਸੀਂ ਆ ਗਲਤੀਆਂ ਵਾਲੇ, ਤੁਸੀਂ ਹੋ ਬਖਸ਼ਣ ਵਾਲੇ। ਹਾਂਜੀ। ਜਿਸ ਕੇ ਉਰ ਨਿਸ਼ਚਾ ਅਸ ਦੇਤ ਤਿਹ ਨਿਜ ਸੰਗ ਮਿਲਾਏ ਸੋ ਲੇਤ। ਹੁਣ ਇਹ ਬੜੀ ਵੱਡੀ ਗੱਲ ਕਰ ਰਹੇ ਨੇ ਉਹ। ਹੇ ਮਹਾਰਾਜ, ਜਿਹਦੇ ਅੰਦਰ ਇਹੋ ਜਿਹਾ ਭਰੋਸਾ ਬਣ ਜਾਂਦਾ ਹੈ ਨਾ, ਉਹਨੂੰ ਤੁਸੀਂ ਆਪਣੇ ਨਾਲ ਹੀ ਮਿਲਾ ਲੈਂਦੇ ਜੀ। ਉਹ ਤੁਹਾਡੇ ਨਾਲ ਮਿਲ ਜਾਂਦਾ ਜੀ। ਭਾਵ ਜਿਹਨੂੰ ਸਮਝ ਆ ਗਈ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫਤ ਹੋ ਹੀ ਨਹੀਂ ਸਕਦੀ ਜੀ, ਉਹਨੂੰ ਤੁਸੀਂ ਆਪਣੇ ਨਾਲ ਮਿਲਾ ਲੈਂਦੇ। ਤੇ ਚੇਤਾ ਰੱਖਿਓ, ਬੰਦਾ ਨਹੀਂ ਜੇ ਗੁਰੂ ਸਾਹਿਬ ਨਾਲ ਮਿਲ ਸਕਦਾ, ਗੁਰੂ ਸਾਹਿਬ ਹੀ ਆਪਣੇ ਨਾਲ ਮਿਲਾਉਂਦੇ ਨੇ ਜੀ। ਗੁਰੂ ਸਾਹਿਬ ਹੀ ਕਿਰਪਾ ਕਰਦੇ ਆ। ਬੰਦਾ ਕਿੱਥੇ ਇੰਨਾ ਕੁਝ ਕਰ ਸਕਦਾ ਜੀ। ਹਾਂਜੀ। ਕਹਾਂ ਬੁੱਧ ਹਮ ਕਰੈ ਬਡਾਈ ਤੁਮਰੀ ਪ੍ਰਭਾ ਤੁਮਹਿ ਬਨ ਆਈ। ਹੇ ਸੱਚੇ ਪਾਤਸ਼ਾਹ, ਸੱਚ ਤਾਂ ਇਹ ਹੈ ਕਿ ਮੈਂ ਆਪ ਜੀ ਦੀ ਵਡਿਆਈ ਨਹੀਂ ਕਰ ਸਕਦਾ। ਮਹਾਰਾਜ ਤੁਹਾਡੀ ਵਡਿਆਈ ਤੁਲਨਾ ਨਹੀਂ ਦਿੱਤੀ ਜਾ ਸਕਦੀ ਵੀ ਗੁਰੂ ਗੋਬਿੰਦ ਸਿੰਘ ਇਹਨਾਂ ਵਰਗੇ ਆ। ਨਹੀਂ ਮਹਾਰਾਜ, ਜਿਵੇਂ ਭੱਟ ਜੀ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਨਾ, ਤੇਰੀ ਉਪਮਾ ਤੋਹੇ ਬਨ ਆਵੈ। ਮਹਾਰਾਜ ਮੈਂ ਕੌਣ ਹੈਗਾ ਤੁਹਾਡੀ ਸਿਫਤ ਕਰਨ ਵਾਲਾ। ਹਾਂਜੀ। ਏਵ ਪ੍ਰਸ਼ੰਸਤ ਸਾਧ ਕਿਰਪਾਲ। ਇਸ ਤਰੀਕੇ ਨਾਲ ਮਹੰਤ ਜੀ ਨੇ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕੀਤੀ ਜੀ। ਚੇਤਾ ਰੱਖਿਓ, ਗਲਤੀ ਹੋ ਜੇ, ਭੁੱਲ ਹੋ ਜੇ, ਤੇ ਸਿਫਤਾਂ ਕਰ ਕਰਕੇ ਅਰਦਾਸ ਕਰੋ, ਭਲਾ ਹੋ ਜਾਂਦਾ ਜੀ। ਮਹਾਰਾਜ ਬਾਣੀ ਵਿੱਚ ਕਹਿੰਦੇ ਮਨ ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ। ਇਹਨੂੰ ਇਹ ਨਾ ਸਮਝਿਓ ਵੀ ਆਪਾਂ ਗੁਰੂ ਸਾਹਿਬ ਦੀ ਸਿਫਤ ਕਰਕੇ ਕੋਈ ਮੱਖਣ ਲਾਉਣਾ ਹੈ। ਨਹੀਂ ਸਾਧ ਸੰਗਤ ਜੀ, ਲੋਕਾਂ ਦੀ ਸਿਫਤ ਝੂਠੀ ਹੋ ਸਕਦੀ ਹੈ, ਗੁਰੂ ਸਾਹਿਬ ਦੀ ਸਿਫਤ ਸੱਚੀ ਹੈ। ਗਲਤੀਆਂ ਤੇ ਸਾਡੇ ਕੋਲ ਨਿੱਤ ਹੁੰਦੀਆਂ ਨੇ। ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਤੁਸੀਂ ਬੜੇ ਵੱਡੇ ਹੋ, ਅਸੀਂ ਬੜੇ ਛੋਟੇ ਹਾਂ। ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਇਆ, ਤੋਸੋ ਨਾ ਨਾਥ
ਅਨਾਥ ਨਾ ਮੋਸਰ, ਤੋਸੋ ਨਾ ਦੀਨ, ਦੁਖੀ ਮੋਸੋ ਨਾ ਅਲਾਈਐ। ਹੈ ਸੱਚੇ ਪਾਤਸ਼ਾਹ, ਮੇਰੇ ਵਰਗਾ ਅਨਾਥ ਕੋਈ ਨਹੀਂ ਤੇ ਤੁਹਾਡੇ ਵਰਗਾ ਦਾਤਾ ਕੋਈ ਨਹੀਂ। ਕਿਰਪਾ ਕਰਿਓ, ਬਖਸ਼ਿਸ਼ ਕਰਿਓ। ਇਹ ਗੱਲਾਂ ਨਿਰੀਆਂ ਸੁਣਨ ਮਾਤਰ ਨਹੀਂ ਜੇ ਹੈਗੀਆਂ, ਅੰਦਰ ਦੀ ਭਾਵਨਾ ਬਣਾ ਕੇ ਕਦੀ ਗੁਰੂ ਜੀ ਨੂੰ ਕਹਿ ਕੇ ਵੇਖਿਓ। ਇਹ ਥੋੜੀ ਵੀ ਸੁਣ ਲੀਆਂ, ਕਥਾ 'ਚ ਸੁਣ ਲੀਆਂ, ਠੀਕ ਹੈ, ਨਹੀਂ, ਅੰਦਰ ਦੀ ਭਾਵਨਾ ਬਣਾਉਣੀ, ਅੰਦਰ ਦੀ ਭਾਵਨਾ ਬਣਾ ਕੇ ਆਪਣੇ ਆਪ ਨੂੰ ਅਨਾਥ ਸਮਝਣਾ ਜੀ। ਪਹਿਲਾਂ ਆਖੋ ਸ੍ਰੀ ਵਾਹਿਗੁਰੂ। ਜੇ ਆਪਾਂ ਸਮਝਾਂਗੇ ਮੇਰਾ ਉਹ ਵੀ ਹੈਗਾ, ਮੇਰਾ ਉਹ ਵੀ ਹੈਗਾ, ਉਹਨਾਂ ਚਿਰ ਗੱਲ ਨਹੀਂ ਬਣਦੀ ਜੀ। ਤੋਸੋ ਨਾ ਨਾਥ, ਅਨਾਥ ਨਾ ਮੋਸਰ। ਜਦੋਂ ਅੰਦਰ ਦੀ ਭਾਵਨਾ ਬਣ ਜੇ ਨਾ ਜੀ, ਇੱਕੋ ਹੀ ਪੰਕਤੀ ਪੜੋ, ਤੁਹਾਡਾ ਮਨ ਜੁੜ ਜਾਏਗਾ ਜੀ। ਸਬੰਧ ਇਹ ਹੈ, ਵਾਹਿਗੁਰੂ ਸ਼ਰਤ ਇਹ ਹੈ, ਅੰਦਰ ਜੁੜਿਆ ਹੋਵੇ ਜੀ। ਇੱਕ ਦਿਨ ਪੰਕਤੀ ਪੜੋ, ਮਨ ਜੁੜ ਜੇ। ਤੋਸੋ ਨਾ ਨਾਥ, ਅਨਾਥ ਨਾ ਮੋਸਰ। ਹੇ ਸੱਚੇ ਪਾਤਸ਼ਾਹ, ਤੁਹਾਡੇ ਵਰਗਾ ਮਾਲਕ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ ਨਹੀਂ। ਤੁਹਾਡੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਦੁਖੀ ਕੋਈ ਨਹੀਂ। ਅੰਦਰ ਜੁੜ ਕੇ ਭਾਵਨਾ ਸਹਿਤ ਵਡਿਆਈ ਦੇ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਸਿੱਖ ਦਾ ਅੰਦਰ ਜ਼ਰੂਰ ਹਰਾ ਭਰਾ ਹੋਏਗਾ ਜੀ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੂੰ ਮਹੰਤ ਕਿਰਪਾਲ ਦਾਸ ਜੀ ਨੇ ਸਿਫਤਾਂ ਕਰਕੇ ਅਰਦਾਸ ਕੀਤੀ। ਹਾਂਜੀ, ਬੇਹਸ ਬਚਨ ਤਬ ਕਹਿਓ ਕਿਰਪਾਲ। ਤੇ ਜਦੋਂ ਮਹੰਤ ਜੀ ਨੇ ਇਸ ਤਰ੍ਹਾਂ ਸਿਫਤਾਂ ਕੀਤੀਆਂ ਨਾ ਮਹਾਰਾਜ ਦੀਆਂ, ਗੁਰੂ ਸਾਹਿਬ ਮੁਸਕਰਾ ਪਏ ਜੀ, ਖੁਸ਼ ਹੋ ਗਏ ਮਹਾਰਾਜ, ਤੇ ਬਚਨ ਕੀਤਾ। ਬ੍ਰਿੰਦ ਗਰਿੰਦਨ ਚਮੂ ਬਿਲੰਦ, ਹਮ ਪਰ ਚੜ ਆਏ ਕਰ ਧੁੰਦ। ਮਹਾਰਾਜ ਕਹਿਣ ਲੱਗੇ, ਮਹੰਤ ਜੀ ਤੁਸੀਂ ਤੇ ਸਮਾਧੀ 'ਚ ਬੈਠੇ ਰਹਿੰਦੇ 'ਚ, ਤੁਹਾਨੂੰ ਨਹੀਂ ਪਤਾ ਹੋਣਾ। ਕਹਿਣ ਲੱਗੇ, ਸਾਡੇ ਤੇ ਪਹਾੜੀਆਂ ਦੀ ਫੌਜ ਇਕੱਠੀ ਹੋ ਕੇ ਆ ਗਈ ਹੈ ਹਮਲਾ ਕਰਨ ਵਾਸਤੇ। ਹਾਂਜੀ, ਭੀਮ ਚੰਦ ਕੇ ਕਹੇ ਕਹਾਏ, 22 ਧਾਰ ਨਿਰਪਤ ਸਮੁਦਾਏ। ਭੀਮ ਚੰਦ ਦੇ ਕਹਿਣ ਉੱਤੇ 22 ਧਾਰ ਦੀਆਂ ਫੌਜਾਂ ਆ ਰਹੀਆਂ ਨੇ ਆਪਣੇ ਉੱਤੇ ਹਮਲਾ ਕਰਨ ਲਈ। ਸਬਨ ਸਕੇਲੀ ਘਨੀ ਘਨੇਰੀ, ਫਤਿਹ ਸ਼ਾਲੇ ਸੰਗ ਬਡੇਰੀ। ਸਾਰੇ ਰਾਜਿਆਂ ਦੀ ਫੌਜ ਨੂੰ ਲੈ ਕੇ ਤੇ ਫਤਿਹ ਸ਼ਾਹ ਰਾਜਾ ਜਿਹੜਾ ਕੱਲ ਤੱਕ ਸਾਨੂੰ ਮੱਥਾ ਟੇਕਦਾ ਸੀ, ਉਹ ਸਾਡੇ ਉੱਤੇ ਹਮਲਾ ਕਰਨ ਆ ਰਿਹਾ ਹੈ। ਹਾਂਜੀ, ਬਿਨਾ ਕਾਜ ਮੂਰਖ ਹੰਕਾਰੀ, ਲਰਬੇ ਹੇਤ ਕਰੀ ਅਸਤਿਆਰੀ। ਤੇ ਉਹ ਬਿਨਾਂ ਕੰਮ ਤੋਂ ਹੀ, ਐਵੇਂ ਹੀ, ਕੋਈ ਲੜਨ ਵਾਲੀ ਗੱਲ ਵੀ ਨਹੀਂ ਹੈਗੀ, ਪਰ ਮਹਾਰਾਜ ਕਹਿਣ ਲੱਗੇ ਸਾਡੇ ਉੱਤੇ ਹਮਲਾ ਕਰਨ ਲੱਗੇ ਹੈ। ਆਜ ਚੜ੍ਹੈ ਹਮਲੇ ਨਿਜ ਦਲ ਕੋ। ਤੇ ਅੱਜ ਆਪਾਂ ਵੀ ਚੱਲੇ ਆ ਆਪਣੀ ਫੌਜ ਲੈ ਕੇ। ਦੇਖੈ ਹੈ ਅਪਰ ਦਿਖਾਵਹਿ ਬਲ ਕੋ। ਪਹਿਲਾਂ ਉਹਨਾਂ ਦਾ ਬਲ ਵੇਖਾਂਗੇ, ਮਹਾਰਾਜ ਕਹਿੰਦੇ ਫਿਰ ਅਸੀਂ ਵੀ ਆਪਣਾ ਬਲ ਵਿਖਾਵਾਂਗੇ। ਤੁਮ ਹੋ ਸੰਤ ਸਰੂਪ ਸਮਰੱਥ। ਵਾਹ ਵਾਹ, ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਮਹੰਤ ਜੀ ਨੂੰ ਕਹਿੰਦੇ, ਮਹੰਤ ਜੀ ਤੁਸੀਂ ਤੇ ਸੰਤ ਹੋ, ਪਰਮੇਸ਼ਰ ਨੂੰ ਮੰਨਣ ਵਾਲੇ ਹੋ, ਸੰਤ ਸਰੂਪ ਹੋ, ਤੇ ਸੰਤ ਸਮਰੱਥ ਹੁੰਦੇ ਆ, ਸੰਤ ਸਮਰੱਥ ਹੁੰਦੇ ਆ। ਸੰਤਾਂ ਨੂੰ ਵਾਹਿਗੁਰੂ ਨੇ ਤਾਕਤ ਬਖਸ਼ੀ ਹੁੰਦੀ ਹੈ। ਹਾਂਜੀ, ਕਹੋ। ਕਹੋ ਵਿਜੈ ਹੋਏ ਕਿਸ ਕੇ ਹੱਥ। ਭਲਾ ਇਹੋ ਹੀ ਦੱਸ ਦਿਓ ਵੀ ਜਿੱਤਣਾ ਕਿੰਨੇ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਇਹਨੂੰ ਮਹਾਰਾਜ ਕਹਿੰਦੇ, ਸਖੀਏ ਮੇਰਾ ਲਾਲ ਬਹੁ ਬਿਦ ਰੰਗਲਾ। ਵੇਖੋ ਸਭ ਕੁਝ ਕਰਨ ਕਰਾਉਣ ਵਾਲੇ ਆਪ ਨੇ, ਮਹੰਤ ਜੀ ਨੂੰ ਅਵਸਥਾ ਦੇਣ ਵਾਲੇ ਵੀ ਤੇ ਆਪ ਨੇ, ਪਰ ਆਪ ਹੀ ਪੁੱਛ ਰਹੇ ਆ, ਮਹੰਤ ਜੀ ਜਿੱਤੇਗਾ ਕੌਣ। ਹਾਂਜੀ, ਕੌਣ ਤਜੈ ਰਣ ਖੇਤ ਪਲਾਵਹਿ। ਕੌਣ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਏਗਾ। ਕੌਣ ਜੀਤ ਸ਼ੀਘਰ ਘਰ ਆਵਹਿ। ਤੇ ਕੌਣ ਜਿੱਤ ਕੇ ਮੁੜ ਛੇਤੀ ਘਰ ਵਾਪਸ ਆ ਜਾਏਗਾ।
ਨਾਮ ਕਿਰਪਾਲ ਕਿਰਪਾਲ ਸਰੂਪ। ਹਾਂ, ਮਹਾਰਾਜ ਕਹਿਣ ਲੱਗੇ ਤੁਹਾਡਾ ਤੇ ਨਾਮ ਕਿਰਪਾਲ ਹੈ ਤੇ ਤੁਸੀਂ ਹੈਗੇ ਵੀ ਕਿਰਪਾਲੂ ਹੋ, ਸਾਨੂੰ ਦੱਸੋ। ਕਹੋ ਬਤਾਵਨ ਬਾਤ ਅਨੂਪ। ਦੱਸੋ ਕਹਿਣ ਲੱਗੇ ਤੁਸੀਂ ਤੇ ਰੱਬ ਦੇ ਸੰਤ ਹੋ, ਇਹ ਦੱਸੋ ਵੀ ਜਿੱਤੇਗਾ ਕੌਣ। ਸੁਨ ਮਹੰਤ ਦ੍ਰਿਗ ਤੇ ਜਲ ਢੇਰੇ। ਵਾਹ ਜੀ ਵਾਹ, ਆਖੋ ਵਾਹਿਗੁਰੂ। ਵਾਹਿਗੁਰੂ। ਕਮਾਲ ਕਰਤੀ ਮਹੰਤ ਜੀ ਨੇ। ਜਦੋਂ ਮਹਾਰਾਜ ਪੁੱਛਣ ਦੇ ਨਾ, ਮਹੰਤ ਜੀ ਦੱਸੋ ਜਿੱਤੇਗਾ ਕੌਣ, ਤੇ ਸਾਧ ਸੰਗਤ ਜੀ ਮਹੰਤ ਜੀ ਦੇ ਨੇਤਰਾਂ ਚੋਂ ਜਲ ਵਹਿਣ ਲੱਗ ਪਿਆ ਜੀ। ਮਹੰਤ ਕਿਰਪਾਲ ਦਾਸ ਜੀ ਬੈਰਾਗੀ ਹੋ ਗਏ, ਬੈਰਾਗੀ ਜੀ। ਨੇਤਰਾਂ ਵਿੱਚੋਂ ਹੰਝੂ ਵਗਣ ਲੱਗ ਪਏ ਜੀ। ਹਾਂਜੀ। ਕਹੋਂ ਬਾਕ ਸੁਣੀਐ ਪ੍ਰਭ ਮੇਰੇ। ਫਿਰ ਕਹਿੰਦੇ ਮਹਾਰਾਜ ਜੇ ਤੁਸੀਂ ਕਹਿੰਦੇ ਹੋ ਤੇ ਫਿਰ ਸੁਣੋ ਮਹਾਰਾਜ, ਸੁਣ ਲਓ ਫਿਰ ਮੇਰੇ ਤੋਂ। ਬੈਰਾਗ ਕਰਦਿਆਂ ਹੋਇਆ ਕਹਿ ਰਹੇ ਜੀ। ਅੰਦਰ ਰੰਗ ਹੈ ਨਾ, ਪ੍ਰੇਮ ਹੈ, ਰੰਗ ਹੱਸ ਹੈ, ਰੰਗ ਰੋਬ ਹੈ, ਚੁੱਪ ਭੀ ਕਰ ਜਾਏ, ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੈ ਨਾ। ਹਾਂਜੀ। ਖੇਲ ਅਨੇਕ ਰਚੋ ਮਨ ਭਾਏ। ਮਹਾਰਾਜ ਸੱਚ ਹੈ, ਜਿੰਨੀ ਕੁ ਮੈਨੂੰ ਸੋਝੀ ਪਈ ਹੈ ਇਹ ਤੁਹਾਡਾ ਖੇਡ ਹੀ ਹੈਗਾ ਆ, ਤੁਹਾਡੀ ਖੇਲ ਹੈਗੀ ਹੈ। ਵੇਖੋ ਜੰਗ ਤੋਂ ਉਹ ਬੰਦਾ ਡਰੇ ਜਿਹੜਾ ਜੰਗ ਨੂੰ ਜੰਗ ਸਮਝਦਾ ਹੋਵੇ। ਜਿਵੇਂ ਆ ਬੱਚੇ ਖੇਡਣ ਜਾਂਦੇ, ਹੱਸਦੇ ਹੱਸਦੇ ਜਾਂਦੇ, ਹੱਸਦੇ ਹੱਸਦੇ ਆ ਜਾਂਦੇ ਜੀ। ਮਹਾਰਾਜ ਕਹਿਣ ਲੱਗੇ ਇਹ ਤੇ ਤੁਹਾਡੀ ਖੇਡ ਹੈਗੀ ਸਾਰੀ। ਹਾਂਜੀ। ਨਰ ਲੀਲਾ ਅਨੁਸਾਰ ਬਣਾਏ। ਵਾਹਿਗੁਰੂ ਮਹੰਤ ਜੀ ਕਹਿੰਦੇ, ਮਹੰਤ ਜੀ ਕਹਿੰਦੇ ਮਹਾਰਾਜ ਇਹ ਹੈ ਤੁਹਾਡੀ ਖੇਡ। ਅੱਜ ਜਿੰਨੇ ਵੀ ਹਮਲਾ ਕਰਨ ਆ ਰਹੇ ਆ ਨਾ, ਇਹ ਤੁਸੀਂ ਆਪਣੀ ਮਰਜ਼ੀ ਅਨੁਸਾਰ ਕਰ ਲਏ। ਤੁਹਾਡੀ ਮਰਜ਼ੀ ਹੈਗੀ ਹੈ ਵੀ ਇਹ ਇਸ ਤਰ੍ਹਾਂ ਹੋਵੇ ਸਾਰਾ ਕੁਝ। ਪ੍ਰਥਮ ਸ਼ਤਰੂ ਮਦ ਕੈ ਟਪ ਭਾਰੀ। ਬਿਦ ਸਹਾਏ ਹਿਤ ਸੋਲੇ ਮਾਰੀ। ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਪਹਿਲਾਂ ਮਦ ਕੈਟਪ ਆਪ ਹੀ ਉਹਨਾਂ ਨੂੰ ਵੈਰੀ ਬਣਾਇਆ, ਪਹਿਲੇ ਯੁੱਗਾਂ ਦੀ ਗੱਲ ਕਰਨ ਲੱਗ ਪਏ। ਫਿਰ ਬਿਦ ਸਹਾਏ ਹਿਤ ਸੋਲੀਏ ਮਾਰੀ, ਤੇ ਮੱਧਵ ਕੈਟਪ ਨੂੰ ਬਚਾਉਣ ਵਾਸਤੇ ਬ੍ਰਹਮਾ ਜੀ ਦੀ, ਵਾਹਿਗੁਰੂ ਮੱਧਵ ਕੈਟਪ ਨੂੰ ਮਾਰਨ ਵਾਸਤੇ, ਬ੍ਰਹਮਾ ਜੀ ਦੀ ਸਹਾਇਤਾ ਵਾਸਤੇ ਆਪ ਹੀ ਤੁਸੀਂ ਸਾਰਾ ਕੁਝ ਕੀਤਾ ਸੀਗਾ। ਹਾਂਜੀ। ਪੁੰਨ ਸਤਜੁਗ ਮੈਂ ਦਿੱਤੀ ਸੋ ਨੰਦ। ਫਿਰ ਸੁਣੋ ਸਤਜੁਗ ਦੀ ਗੱਲ ਕਹਿਣ ਲੱਗੇ। ਹਾਂਜੀ। ਹਿਰਨ ਕਸ਼ਪ ਹਰਨਾਸ਼ ਨਿਤ ਕੰਦ। ਭਗਤ ਪ੍ਰਹਿਲਾਦ ਜੀ ਸਤਜੁਗ ਦੇ ਭਗਤ ਨੇ ਸਾਧ ਸੰਗਤ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਜਦੋਂ ਮਹਾਰਾਜ ਜੀ ਦੀ ਆਪਾਂ ਪੌੜੀ ਪੜ੍ਹਦੇ ਨਾ, ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ RAM ਰਾਜੇ। ਅੱਗੇ ਕੀ ਹੈ? ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇੱਕ ਉਦਾਹਰਣ ਸਤਜੁਗ ਦੇ ਭਗਤ ਦੀ ਦਿੱਤੀ ਹੈ, ਇੱਕ ਉਦਾਹਰਣ ਕਲਯੁਗ ਦੇ ਵਿੱਚ ਜਿਹੜਾ ਭਗਤ ਹੋਇਆ ਉਹਦੀ ਦਿੱਤੀ ਹੈ। ਪਰ ਦੋਵਾਂ ਯੁੱਗਾਂ ਦੇ ਵਿੱਚ ਰੱਬ ਦਾ ਸੁਭਾਅ ਉਹ ਹੀ ਰਿਹਾ ਜੀ, ਪਰਮੇਸ਼ਰ ਦਾ ਸੁਭਾਅ ਉਹ ਹੀ ਰਿਹਾ ਜੀ। ਹੁਣ ਸੁਣਿਓ, ਕਹਿੰਦੇ ਮਹਾਰਾਜ ਸਤਜੁਗ ਦੇ ਵਿੱਚ ਹਿਰਣਾਕਸ਼ਪ ਤੇ ਹਰਣਾਕਸ਼ ਇਹਨਾਂ ਦਾ ਨਾਸ਼ ਕੀਤਾ ਤੁਸੀਂ। ਹਾਂਜੀ। ਤ੍ਰੇਤੇ ਮਹਿ ਰਾਵਣ ਬਲਵਾਨਾ। ਤੇ ਤ੍ਰੇਤੇ ਵਿੱਚ, ਤ੍ਰੇਤੇ ਯੁੱਗ ਵਿੱਚ ਆਪ ਹੀ ਤੁਸੀਂ ਰਾਵਣ ਨੂੰ ਬਲਵਾਨ ਕੀਤਾ, ਪਹਿਲਾਂ ਆਪ ਹੀ ਵਰ ਦਿੱਤੇ। ਹਾਂਜੀ। ਤੀਨ ਲੋਕ ਮਹਿ ਤਪਿਓ ਮਹਾਨਾ। ਜਿਹੜਾ ਉਹਨੇ ਇੰਨਾ ਤਪ ਕੀਤਾ। ਹਾਂਜੀ। ਤਿਨਕੇ ਸੰਗ ਤਿਸਕੇ ਸੰਗ ਘਾਲ ਕਸਮਾਨਾ। ਫਿਰ ਤੁਸੀਂ ਆਪ ਹੀ ਉਹਦੇ ਨਾਲ ਜੰਗ ਕਰ ਲਿਆ। ਹਾਂਜੀ। ਕੁੰਭਕਾਨ ਭਰਾਤਾ ਮਹੀਆਨਾ। ਕੁੰਭਕਰਨ ਕਿੰਨਾ ਵੱਡਾ ਉਹਦਾ ਭਰਾ ਸੀ। ਮਹੀਆਨਾ ਦਾ ਅਰਥ ਹੈ ਵੱਡਾ ਜੀ। ਕਹਿੰਦੇ ਉਹਦਾ ਸਰੀਰ ਹੀ ਬੜਾ ਵੱਡਾ ਸੀਗਾ ਜੀ। ਅਜੇ ਕੀ ਤ੍ਰੇਤੇ ਯੁੱਗ ਵਿੱਚ ਬੰਦਿਆਂ ਦੇ ਸਰੀਰ ਵੈਸੇ ਹੀ ਵੱਡੇ ਸੀਗੇ, ਕਲਯੁਗ ਜੀ ਛੋਟੇ ਹੋ ਗਏ ਆ। ਤ੍ਰੇਤੇ ਤੇ ਵੈਸੇ ਬੜੇ ਉੱਚੇ ਸੀ, ਪਰ ਕੁੰਭਕਰਨ ਉਦੋਂ ਵੀ ਬੜਾ ਉੱਚਾ ਸੀਗਾ ਆਮ ਲੋਕਾਂ ਤੋਂ ਜੀ। ਕਹਿੰਦੇ ਮਹਾਰਾਜ ਉਦੋਂ ਉਹਨੂੰ ਕੌਣ ਮਾਰਨ ਵਾਲਾ ਸੀਗਾ? ਤੁਸੀਂ ਮਾਰਿਆ ਸੀ। ਹਾਂ। ਮੇਘਨਾਦ
ਅਤਕਾਏ ਬਿਲੰਦੇ। ਤੇ ਫਿਰ ਮੇਘਨਾਥ ਬੜਾ ਵੱਡਾ ਯੋਧਾ ਸੂਰਮਾ ਸੀਗਾ ਜੀ। ਮੇਘਨਾਥ ਕੋਈ ਛੋਟੀ ਮੋਟੀ ਤਾਕਤ ਨਹੀਂ ਸੀ। ਅਤਕਾਏ ਬਿਲੰਦੇ ਕਹਿੰਦੇ ਜਿਹੜਾ ਅਤ ਵੱਡਾ ਯੋਧਾ ਸੀਗਾ, ਰਾਵਣ ਦਾ ਪੁੱਤਰ। ਸਭਨ ਸਮੇਤ ਵਿਨਾਸ਼ ਆਨੰਦੇ। ਤੇ ਸਾਰਿਆਂ ਦਾ ਵਿਨਾਸ਼ ਕਰਕੇ ਆਨੰਦ ਕਿੰਨੇ ਮਾਣਿਆ? ਤੁਸੀਂ ਮਾਣਿਆ ਸੀ। ਨਾਲੇ ਬੈਰਾਗ ਕਰੀ ਜਾਂਦੇ, ਨਾਲੇ ਕਰੀ ਜਾਂਦੇ। ਭਾਵ ਇਹ ਹੈ ਕਿ ਮਹੰਤ ਜੀ ਦੀ ਸੁਰਤੀ ਵੇਖੋ ਕਿੱਥੇ ਜਾਂਦੀ ਹੈ। ਉਹਨਾਂ ਨੂੰ ਸਾਰਿਆਂ ਵਿੱਚ ਵੇਖਦੇ ਹੀ ਗੁਰੂ ਜੀ ਹੈ। ਬ੍ਰਹਮ ਸਰੂਪ ਹੋ ਗਏ ਨਾ। ਜੋਤ ਦੀ ਖੇਡ ਹੈ ਨਾ, ਸਾਰੀ ਜੋਤ ਦੀ ਖੇਡ ਹੈ। ਉਹਨਾਂ ਨੂੰ ਵੀ ਪਰਮੇਸ਼ਰ ਨੇ ਸਾਜਿਆ। ਮਹਾਰਾਜ ਆਪ ਲਿਖਦੇ ਆ, ਤੈਥੋਂ ਹੀ ਬਲ ਰਾਮ ਲੈ ਨਾਲ ਬਣ ਦਹ ਸਿਰਕਾਇਆ। ਹੇ ਵਾਹਿਗੁਰੂ, ਰਾਮ ਜੀ ਨੇ ਬਲ ਕਿੱਥੋਂ ਲਿਆ? ਰਾਮ ਜੀ ਨੂੰ ਬਲ ਤੁਸੀਂ ਦਿੱਤਾ। ਆਖੋ ਵਾਹਿਗੁਰੂ। ਹੁਣ ਆਪਾਂ ਆਪਣੇ ਵਾਲੇ ਬੰਨੇ ਆਈਏ। ਆਪਾਂ ਸਾਰੇ ਇੱਥੇ ਬੈਠੇ ਆ। ਬੈਠਣ ਦੀ ਤਾਕਤ ਕਿਹਨੇ ਬਖਸ਼ੀ ਹੈ? ਪਰਮੇਸ਼ਰ ਨੇ ਬਖਸ਼ੀ ਹੈ। ਬੋਲਣ ਸੁਣਨ ਦੀ ਤਾਕਤ ਕਿਹਦੀ ਹੈ? ਇਹ ਉਸ ਵਾਹਿਗੁਰੂ ਦੀ ਹੈ। ਸਾਧ ਸੰਗਤ ਜੀ, ਹਾਂਜੀ। ਭਾਰਤ ਦੁਆਪਰ ਮਹਿ ਬੜ ਘਾਲਾ। ਫਿਰ ਦੁਆਪਰ ਵਿੱਚ ਮਹਾਭਾਰਤ ਕੀਤਾ ਮਹਾਰਾਜ ਤੁਸਾਂ। ਹਾਂਜੀ। ਜਰਾਸੰਧ ਤੇ ਆਦ ਨਿਰਪਾਲਾ। ਤੇ ਜਰਾਸਿੰਧ ਤੇ ਹੋਰ ਵੱਡੇ ਵੱਡੇ ਜਿਹੜੇ ਰਾਜੇ ਸਨ। ਅਨਗਨ ਸੈਨਾ ਸਹਿਤ ਸੰਘਾਰਾ। ਮਹਾਭਾਰਤ ਵਿੱਚ ਕਿੰਨੇ ਕੂਣੀਆਂ ਫੌਜਾਂ ਗਰਕ ਹੋਈਆਂ ਸੀ। ਉਹ ਕਿੰਨੇ ਫੌਜਾਂ ਮਾਰੀਆਂ, ਸੰਘਾਰ ਕੀਤਾ। ਉਹ ਮਹਾਰਾਜ ਤੁਹਾਡੀ ਖੇਡ ਹੀ ਹੈ ਸਾਰੀ। ਹਾਂਜੀ। ਧਰਾ ਵਿਸਾਲ ਭਾਰ ਨਿਰਵਾਰਾ। ਧਰਤੀ ਦੇ ਭਾਰ ਨੂੰ ਦੂਰ ਕੀਤਾ ਸੀਗਾ। ਹਾਂਜੀ। ਕਲੀ ਕਾਲ ਮਹਿ ਅਬ ਤਨ ਧਾਰਿਓ। ਹੱਥ ਜੋੜੇ ਬੈਰਾਗ ਕਰਦੇ ਆ। ਮਹੰਤ ਜੀ ਕਹਿੰਦੇ ਸੱਚੇ ਪਾਤਸ਼ਾਹ ਹੁਣ ਕਲਯੁਗ ਵਿੱਚ ਇਸ ਰੂਪ ਵਿੱਚ ਬੈਠੇ ਹੋਏ ਹੋ। ਆਖੋ ਸ੍ਰੀ ਵਾਹਿਗੁਰੂ। ਕਲਯੁਗ 'ਚ ਇਸ ਰੂਪ 'ਚ ਬੈਠੇ ਹੋ। ਹਾਂਜੀ। ਚਾਹਤ ਹੋ ਖਲ ਦਲ ਬਲ ਹਰਿਓ। ਤੇ ਹੁਣ ਤੁਸੀਂ ਚਾਹੁੰਦੇ ਤੇ ਇਹਨਾਂ ਮੂਰਖਾਂ ਦਾ ਨਾਸ ਕਰਨਾ। ਹਾਂਜੀ। ਦਿਪਤ ਪ੍ਰਚੰਡ ਮਹਿਦ ਭੁਜ ਦੰਡੇ। ਬਲ ਆਸ਼ਰੇ ਰਿਪ ਗਨ ਕਰ ਖੰਡੇ। ਹੇ ਗਰੀਬ ਨਵਾਜ, ਸੱਚੇ ਪਾਤਸ਼ਾਹ ਮਹਾਰਾਜ, ਇਹ ਤੁਹਾਡੀਆਂ ਬਾਹਾਂ ਅੱਗੇ ਕੀ ਹੈਗੇ ਨੇ? ਤੁਸੀਂ ਤੇ ਮਹਾਰਾਜ ਆਪ ਹੀ ਇਹਨਾਂ ਦੇ ਟੋਟੇ ਟੋਟੇ ਕਰ ਦੇਣੇ ਆ। ਹਾਂਜੀ। ਬ੍ਰਹਮਾਦਿਕ ਜਿਸ ਤੇ ਡਰ ਪਾਏ। ਐਸੇ ਬਲੀ ਬਿਲੰਦ ਤੁਮ ਕਾਏ। ਜਿਨ੍ਹਾਂ ਰਾਖਸ਼ਾਂ ਤੋਂ ਵੱਡੇ ਵੱਡੇ ਬ੍ਰਹਮਾ ਜੀ ਵਰਗੇ ਦੇਵਤੇ ਵੀ ਡਰਦੇ ਸੀ। ਇੱਕ ਖਿੰਨ ਲਾਇਆ ਤੁਸੀਂ ਮਾਰਨ ਲੱਗੇ ਹਾਂ। ਇਹ ਕੀ ਚੀਜ਼ਾਂ ਹੈਗੀਆਂ ਤੁਹਾਡੇ ਅੱਗੇ? ਇਹ ਤਾਂ ਹੀ ਨਾ ਸ਼ਰਧਾ ਸਾਧ ਸੰਗਤ ਜੀ। ਹਾਂਜੀ। ਕਲ ਨਰ ਬਪਰੇ ਕਹਾਂ ਅਗਾਰੀ। ਆ ਵਿਚਾਰੇ ਕਲਯੁਗ ਦੇ ਬੰਦੇ ਮੂਰਖ ਜੇ। ਇਹ ਤੁਹਾਡੇ ਅੱਗੇ ਕੀ ਹੈਗੇ ਆ? ਕੋ ਸਮਾਨ ਹੋਏ ਸਕੈ ਤੁਮਾਰੀ। ਕੌਣ ਹੈਗਾ ਜਿਹੜਾ ਤੁਹਾਡੀ ਬਰਾਬਰੀ ਕਰੇ? ਕੋਈ ਤੁਹਾਡੀ ਬਰਾਬਰੀ ਕਰ ਸਕਦਾ ਮਹਾਰਾਜ? ਜਛ ਸੁਰਾਸੁਰ ਆਦ ਪ੍ਰਚੰਡ। ਜਛ ਇੰਦਰ, ਹਾਂਜੀ, ਸਭ ਪਰ ਹੈ ਆਪ ਕੋ ਦੰਡ। ਸੱਚੇ ਪਾਤਸ਼ਾਹ ਜਿਹਨੂੰ ਤੁਸੀਂ ਚਾਹੋ ਉਹਨੂੰ ਦੰਡ ਦੇ ਸਕਦੇ ਹੋ, ਕਿਉਂਕਿ ਅਕਾਲ ਪੁਰਖ ਨੇ ਨਾ, ਅਕਾਲ ਪੁਰਖ ਦਾ ਰੂਪ ਨੇ। ਹਾਂਜੀ। ਵਿਜੈ ਲక్ష్ਮੀ ਸੰਗ ਤੁਮਾਰੇ। ਹਾਂਜੀ। ਸਦਾ ਬਸੈ ਨਹੀਂ ਜਾਏ ਕਿਨਾਰੇ। ਤੇ ਫਿਰ ਹੱਥ ਜੋੜ ਕੇ ਬੈਰਾਗ ਕਰਦੇ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਹੋ ਜਿੱਤਣਾ ਕਿੰਨੇ ਆ? ਸੱਚੇ ਪਾਤਸ਼ਾਹ ਜਿੱਤ ਵਿਜੇ ਉਹ ਤੇ ਤੁਹਾਡੇ ਚਰਨਾਂ ਦੀ ਦਾਸੀ ਹੈਗੀ ਹੈ। ਜਿੱਤ ਤਾਂ ਦਾਸੀ ਬਣ ਕੇ ਤੁਹਾਡੇ ਚਰਨਾਂ ਵਿੱਚ ਰਹਿੰਦੀ ਹੈ। ਉਹਨੇ ਕਿੱਥੇ ਜਾਣਾ? ਉਹ ਤੇ ਸੇਵਕਾ ਹੈਗੀ ਹੈ ਤੁਹਾਡੀ। ਹਾਂਜੀ। ਮਿਲ ਹੈ ਮ੍ਰਿਗ ਜੇ ਸਗਰੇ ਕਾਨਨ। ਜੇ ਸਾਰੇ ਜੰਗਲ ਦੇ ਹਿਰਨ ਇਕੱਠੇ ਹੋ ਜਾਣ ਕੇ ਹਰਨਾਦ ਸੁਨਹਿ ਜਬ ਕਾਨਨ। ਤੇ ਆ ਕੇ ਇਕੱਠੇ ਹੋ ਜਾਣ ਤੇ ਜਦੋਂ ਸ਼ੇਰ ਦੀ ਆਵਾਜ਼ ਹੀ ਸੁਣਦੇ ਆ ਨਾ, ਹਾਂਜੀ, ਹੋਏ ਪਲਾਇਨ ਸਮੁਖ ਨਾ ਆਨਨ। ਉਦੋਂ ਹੀ ਭੱਜ ਜਾਂਦੇ ਆ ਸਾਰੇ, ਸਾਹਮਣੇ ਨਹੀਂ ਆਉਂਦੇ। ਗਰਜਤ ਬਲ ਤੇ ਸਮਤਾ ਆਨ ਨਾ। ਕਿਉਂ? ਸ਼ੇਰ ਵਾਂਗੂ ਕੌਣ ਗਰਜ ਸਕਦਾ? ਹਾਂਜੀ। ਤਿਮ ਨਹਿ ਠਹਿਰੈ ਜੰਗ ਪਹਾੜੀ। ਇਸ ਕਰਕੇ ਪਹਾੜੀਏ ਆਉਣਗੇ ਤੇ ਸਹੀ
ਪਰ ਤੁਹਾਡੇ ਪ੍ਰਤਾਪ ਅੱਗੇ ਗਰੀਬ ਨਵਾਜ ਠਹਿਰ ਨਹੀਂ ਸਕਣਗੇ। ਕਿਹੜਾ ਝੱਲੇ ਗੁਰੂ ਦੀ ਚਾਲਾ ਚਾਲਾ, ਕੌਣ ਚਾਲਾ ਚੱਲ ਸਕਦਾ ਜੀ। ਪਿੱਖ ਤੁਮ ਭਾਜਹਿ ਲਾਜ ਬਿਸਾਰੀ। ਮਹਾਰਾਜ ਜਦੋਂ ਤੁਹਾਡਾ ਬਲ ਵੇਖਿਆ ਨਾ, ਆਪ ਜੀ ਦਾ ਪ੍ਰਤਾਪ ਵੇਖਿਆ ਤੇ ਪੁੱਠੇ ਪੈਰ ਮੈਦਾਨ ਛੱਡ ਕੇ ਭੱਜਣਗੇ ਸਾਰੇ। ਹਾਂਜੀ, ਏਵ ਕਿਰਪਾਲ ਕਿਰਪਾਲਹਿ ਸਾਥਾ। ਇਸ ਤਰੀਕੇ ਨਾਲ ਮਹੰਤ ਕਿਰਪਾਲ ਦਾਸ ਜੀ ਕਿਰਪਾਲੂ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਬਚਨ ਬਿਲਾਸ ਕਰੈ ਰਣ ਗਾਥਾ। ਤੇ ਜੰਗ ਦੀ ਗੱਲ ਕੀਤੀ ਤੇ ਵੇਖੋ ਪਿਆਰ ਇਹਨਾਂ ਵੀ ਜੰਗ ਦੀ ਗੱਲ ਕਰਦਿਆਂ ਕਰਦਿਆਂ ਹੀ ਵਿਰਾਗ ਕਰੀ ਜਾਂਦੇ ਆ ਜੀ। ਉਹ ਗੱਲ ਕਰਦਿਆਂ ਨੇਤਰਾਂ 'ਚ ਹੰਝੂ ਆਈ ਜਾਂਦੇ ਆ। ਇਹ ਕੀ ਹੈ? ਇਹ ਸਾਧ ਸੰਗਤ ਜੀ ਪਿਆਰ ਹੈ, ਜਿਹੜਾ ਮਹਾਰਾਜ ਜੀ ਦੀ ਸਿਫਤ ਵਿੱਚ ਭੱਟਾਂ ਨੇ ਸਵਈਆ ਉਚਾਰਿਆ ਨਾ, ਸਤਿਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਿਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਕੀਓ, ਕਲ ਜੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ ਸ਼ਰਧਾ ਹੈ ਮੰਤ ਜੀ ਦੀ ਜੀ। ਹਾਂਜੀ, ਇਤਨੇ ਮਹਿ ਦਵੈ ਸਿੱਖ ਚਲ ਆਏ। ਅਜੇ ਬਚਨ ਬਲਾਸ ਹੀ ਹੋ ਰਹੇ ਤੇ ਇੰਨੇ ਚਿਰ ਨੂੰ 2 ਸਿੱਖ ਸਤਿਗੁਰੂ ਜੀ ਦੇ ਕੋਲ ਆਏ। ਧਰਹਿ ਉਤਾਇਲ ਬੰਧਨ ਗਾਏ। ਉਹਨਾਂ ਨੇ ਆ ਕੇ ਨਾ ਜੀ ਬੜੀ ਕਾਹਲੀ ਨਾਲ ਮੱਥਾ ਟੇਕਿਆ। ਮਹਾਰਾਜ ਸੁਣੀਐ ਸਭ ਗਾਥਾ। ਉੱਠ ਕੇ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਜੀ ਸਾਰੀ ਗੱਲ ਸੁਣੋ। ਪਠਿਓ ਹੁਤੋ ਨਰ ਅਰ ਦਲ ਸਾਥਾ। ਅਸੀਂ ਆਪਣੇ ਬੰਦੇ ਫਤਿਹ ਸ਼ਾਹ ਦੀ ਫੌਜ ਵਿੱਚ ਬਾੜੇ ਸੀਗੇ ਖਬਰਸਾਰ ਲੈਣ ਵਾਸਤੇ। ਸੋ ਤੁਰਨ ਹੀ ਚੱਲ ਕਰ ਆਇਓ। ਤੇ ਬੰਦੇ ਆਪਣੇ ਖਬਰ ਲੈ ਕੇ ਆਏ ਵੀ ਫਤਿਹ ਸ਼ਾਹ ਨੇ ਚਾਲਾ ਪਾ ਦਿੱਤਾ ਹੈ। ਫਤਿਹ ਸ਼ਾਹ ਕੋ ਕੂਚ ਕਰ ਆਇਓ। ਮਹਾਰਾਜ ਫਤਿਹ ਸ਼ਾਹ ਨੇ ਕੂਚ ਕਰ ਲਿਆ ਆਪਣੇ ਵੱਲ ਆਉਣ ਵਾਸਤੇ। ਪੰਘਾਣੀ ਕੇ ਸਨਮੁਖ ਆਵਤ। ਤੇ ਜਿੱਥੇ ਪੰਘਾਣੀ ਹੈ ਮਹਾਰਾਜ ਉਸ ਪਾਸੇ ਨੂੰ ਫੌਜਾਂ ਆ ਰਹੀਆਂ ਹਨ। ਬ੍ਰਿੰਦ ਧੁੰਦ ਵੀ ਊਚ ਬਜਾਵਤ। ਬੜੇ ਨਗਾਰੇ ਵੱਜ ਰਹੇ ਨੇ, ਬੜੇ ਪਹਾੜੀਏ ਰਲ ਕੇ ਮਹਾਰਾਜ ਆ ਰਹੇ ਹਨ। ਅਨ ਗਨ ਦਲ ਓਰੜ ਕਰ ਆਏ। ਮਹਾਰਾਜ ਗਿਣਤੀ ਨਹੀਂ ਹੋ ਸਕਦੀ, ਇੰਨੀ ਜ਼ਿਆਦਾ ਫੌਜ ਆ ਗਈ ਹੈ, ਅਣਗਿਣਤ ਫੌਜ ਆਈ ਹੈ। ਚਹਿ ਰਾਵਰ ਸੋ ਜੰਗ ਮਚਾਏ। ਤੇ ਮਹਾਰਾਜ ਆਪ ਜੀ ਨਾਲ ਜੰਗ ਕਰਨਾ ਚਾਹੁੰਦੇ ਹਨ। ਸੁਨ ਬਿਰਤੰਤ ਮੈਂ ਚੜਿਓ ਤੁਰੰਗ। ਜਦੋਂ ਮੈਨੂੰ ਪਤਾ ਲੱਗਾ ਮੈਂ ਆਪ ਜੀ ਨੂੰ ਖਬਰ ਦੇਣ ਵਾਸਤੇ ਉਸੇ ਵੇਲੇ ਘੋੜੇ ਤੇ ਚੜ ਗਿਆ। ਆਗੇ ਜਿਮ ਸਾਹਿਬ ਮਨ ਭਾਵੈ। ਆਗੇ ਕਿੱਥੇ ਆ ਸੱਚੇ ਪਾਤਸ਼ਾਹ? ਆਗੇ ਜਿਮ ਸਾਹਿਬ ਮਨ ਭਾਵੈ। ਅਗੋਂ ਹੁਣ ਮਹਾਰਾਜ ਜਿਵੇਂ ਆਪ ਜੀ ਨੂੰ ਭਾਵੇ ਚੰਗਾ ਲੱਗੇ ਤਥਾ ਵਰਤਬੇ ਮਹਿ ਸਭ ਆਵੈ। ਉਵੇਂ ਹੀ ਹੋ ਜਾਏਗਾ। ਮਹਾਰਾਜ ਸਾਨੂੰ ਹੁਕਮ ਕਰੋ। ਇਮ ਸੁਨ ਕਰ ਸਾਹਿਬ ਸਵਧਾਨਾ। ਉਸੇ ਵੇਲੇ ਬਾਜਾਂ ਵਾਲੇ ਵੇਖੋ ਕਮਾਲ ਦੀ ਖੇਡ। ਇੱਕਦਮ ਪਹਿਲਾਂ ਪਿਆਰ ਦੇ ਵਹਿਣ ਵਿੱਚ ਸੀਗੇ ਜੀ। ਮੰਤ ਜੀ ਬੈਰਾਗੀ ਹੋ ਕੇ ਬਚਨ ਕਰ ਰਹੇ ਆ। ਮਹਾਰਾਜ ਪ੍ਰੇਮ ਚ ਆ ਕੇ ਸੁਣ ਰਹੇ ਆ। ਉਸੇ ਵੇਲੇ ਹੀ ਮਾਨੋ ਵੀਰ ਰਸ ਆ ਗਿਆ ਜੀ। ਸਤਿਗੁਰੂ ਜੀ ਸਾਵਧਾਨ ਹੋ ਗਏ। ਸ਼੍ਰੀ ਮੁਖ ਤੇ ਤਬ ਹੁਕਮ ਬਖਾਨਾ। ਤੇ ਗਰੀਬ ਨਵਾਜ ਮਹਾਰਾਜ ਨੇ ਉਸੇ ਵੇਲੇ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਬਚਨ ਕੀਤਾ। ਦੇਹੋ ਬਜਾਏ ਰਣਜੀਤ ਨਗਾਰਾ। ਮਹਾਰਾਜ ਕਹਿਣ ਲੱਗੇ ਗੁਰਸਿੱਖੋ ਰਣਜੀਤ ਨਗਾਰਾ ਵਜਾ ਦਿਓ। ਤਿਆਰ ਹੋਏ ਜਿਸ ਤੇ ਦਲ ਸਾਰਾ। ਸਾਰਾ ਦਲ ਤਿਆਰ ਹੋ ਜੇ ਪਤਾ ਲੱਗ ਜਾਵੇ। ਤਤ ਛਿਨ ਆਪਣੇ ਸ਼ਸਤਰ ਮੰਗਾਏ। ਉਸੇ ਵੇਲੇ ਗੁਰਸਿੱਖ ਨੂੰ ਕਿਹਾ ਲਿਆ ਵੀ ਸਿੱਖਾ ਸਾਡੇ ਸ਼ਸਤਰ ਲੈ ਕੇ ਆ। ਤੁਰਤ ਦਾਸ ਨੇ ਪਾਸ ਟਿਕਾਏ। ਗੁਰੂ ਕਾ ਸਿੱਖ ਉਸੇ ਵੇਲੇ ਸਤਿਗੁਰਾਂ ਦੇ ਸ਼ਸਤਰ ਲੈ ਆਇਆ। ਪ੍ਰਥਮ ਗੁਰੂ ਭਗਵਤੀ ਮਨਾਈ। ਪਹਿਲਾਂ ਤਾਂ ਗਰੀਬ ਨਵਾਜ ਜੀ ਨੇ ਪਰਮੇਸ਼ਰ ਅਕਾਲ ਪੁਰਖ ਜੀ ਦੀ ਸ਼ਕਤੀ ਪਰਮੇਸ਼ਰ ਨੂੰ ਅਰਾਧਿਆ। ਸ਼੍ਰੀ ਨਾਨਕ ਸਿਮਰੰਤ ਸੁਹਾਈ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਹਾਂਜੀ। ਹੀਰੇ ਕੰਚਨ ਮੁਸ਼ਟ ਜਰਾਊ। ਹਾਂਜੀ। ਨਿਰਮਲ ਖਰ ਧਾਰਾ ਚਮਕਾਊ। ਤੇ ਗਰੀਬ ਨਵਾਜ ਜੀ ਨੇ ਜਿਹੜਾ ਗਾਤਰਾ ਪਾਇਆ ਹੈ ਉਹਦੇ ਵਿੱਚ
ਸੋਨੇ ਦੇ ਮੁੱਠ ਵਾਲੀ ਕਿਰਪਾਨ ਜਿਹਦੇ ਵਿੱਚ ਹੀੜੇ ਜੜੇ ਹਨ। ਐਸੇ ਖੜਗ ਦੀਹੀ ਗਰ ਪਾਇਓ। ਐਸੀ ਤਲਵਾਰ ਮਹਾਰਾਜ ਨੇ ਗਾਤਰੇ ਵਿੱਚ ਸਜਾ ਲਈ। ਪੁੰਨ ਤਰਕਸ਼ ਨਿਜ ਹਾਥ ਉਠਾਇਓ। ਧਨੁਸ਼ ਮੇਰੇ ਬਾਜਾਂ ਵਾਲੇ ਸਤਿਗੁਰਾਂ ਨੇ ਆਪਣੇ ਹੱਥ ਵਿੱਚ ਫੜ ਲਿਆ। ਮੁਕਤਾ ਗੁਸ਼ ਲਰਕ ਤੇ ਸੰਗ। ਹਾਂਜੀ। ਦ੍ਰਿੜ ਦੀਰਘ ਖਰ ਭਰੇ ਖਤੰਗ। ਜਿਹਨੂੰ ਮੋਤੀਆਂ ਦੇ ਗੁੱਛੇ ਲੱਗੇ ਆ, ਵੱਡੇ ਵੱਡੇ ਤੀਰਾਂ ਨਾਲ ਭੱਥਾ ਭਰਿਆ। ਹਾਂਜੀ। ਗਰ ਮਹਿ ਪਾਏ ਕੱਸਿਓ ਕੱਟ ਸਾਥਾ। ਉਹ ਗਲ 'ਚ ਪਾ ਕੇ ਚੰਗੀ ਤਰ੍ਹਾਂ ਲੱਕ ਨਾਲ ਕੱਸ ਕੇ ਬੰਨ ਲਿਆ। ਪਨੰਗ ਸਦਨ ਕਦਾਂ ਦੁੱਤ ਭਾਥਾ। ਐ ਭੱਥੇ ਦੀ ਸ਼ੋਭਾ ਇਸ ਤਰ੍ਹਾਂ ਹੈ ਮਾਨੋ ਸੱਪਾਂ ਦਾ ਘਰ ਹੋਵੇ। ਧਨੁਖ ਕਠੋਰ ਗਹਿਓ ਨਿਜ ਹਾਥਾ। ਤੇ ਇਹ ਵੱਡਾ ਕਮਾਨ ਗਰੀਬ ਨਵਾਜ ਮੇਰੇ ਸਤਿਗੁਰਾਂ ਨੇ ਆਪਣੇ ਹੱਥ ਵਿੱਚ ਲੈ ਲਿਆ। ਹਾਏ ਆਵਾਹਨ ਕੀਨ ਨਾਥਾ। ਗੁਰਸਿੱਖ ਨੂੰ ਕਿਹਾ ਛੇਤੀ ਘੋੜਾ ਲੈ ਕੇ ਆਓ। ਘੋੜਾ ਆ ਗਿਆ। ਕੇਤਿਕ ਸੁਭਾਟ ਦੁਰਗ ਮੈਂ ਸ਼ੋਰੇ। ਕੁਝ ਸੂਰਬੀਰ ਸੱਚੇ ਪਾਤਸ਼ਾਹ ਜੀ ਨੇ ਕਿਲੇ ਵਿੱਚ ਛੱਡੇ ਜੀ। ਇੱਥੇ ਪਹਿਰਾ ਦਵੋ। ਹੋਏ ਸੁਚੇਤ ਰਛੋ ਚਹੂ ਓਰੇ। ਸੁਚੇਤ ਹੋ ਜਾਓ, ਕਿਲੇ ਦੀ ਰਾਖੀ ਕਰੋ। ਤਬ ਪੰਚੋਂ ਭਰਾਤਾ ਚੱਲ ਆਏ। ਇਹਨ ਕਿਉਂਕਿ ਨਗਾਰਾ ਜੂ ਵੱਜ ਗਿਆ ਜੀ। ਸਭ ਨੂੰ ਪਤਾ ਲੱਗ ਗਿਆ ਵੀ ਹਮਲਾ ਹੋ ਗਿਆ। ਤੇ ਸਾਧ ਸੰਗਤ ਜੀ ਸਤਿਗੁਰਾਂ ਦੇ ਪੰਜੇ ਭਰਾ ਚੱਲ ਕੇ ਆ ਗਏ। ਸ਼ਸਤਰ ਸੁਹਾਵਤ ਅੰਗ ਸਹਾਏ। ਉਹਨਾਂ ਨੇ ਵੀ ਸ਼ਸਤਰ ਬਸਤਰ ਸਜਾਏ ਹਨ। ਮਨੋ ਪੰਚ ਪਾਂਡਵ ਇਹ ਸੋ ਹੈ। ਕਹਿੰਦੇ ਮਾਨੋ ਪੰਜ ਪਾਂਡਵ ਹੀ ਨੇ। ਹਾਂਜੀ। ਰਣ ਕੇ ਹੇਤ ਚੜੇ ਬੜ ਹਰੋ ਹੈ। ਜੈ ਬੜੇ ਰੋਹ ਨਾਲ ਇਹ ਜੰਗ ਵਾਸਤੇ ਚੜੇ ਹਨ। ਸੰਗੋ ਸ਼ਾਹ ਵਿਸਾਲ ਜਿਨਹੋਂ ਮੈਂ। ਜਿਨ੍ਹਾਂ ਵਿੱਚੋਂ ਵੱਡੇ ਦਾ ਨਾਮ ਹੈ ਬਾਬਾ ਸੰਗੋ ਸ਼ਾਹ। ਆਯੁਧ ਵਿਦਿਆ ਨਿਪੁੰਨ ਤਿਨਹੋਂ ਮੈਂ। ਐ ਸ਼ਸਤਰ ਵਿਦਿਆ ਚ ਬੜੇ ਨਿਪੁੰਨ ਨੇ ਬਾਬਾ ਸੰਗੋ ਸ਼ਾਹ ਜੀ। ਜੀਤ ਮਲ ਦੂਜੋ ਬੜ ਜੋਧਾ। ਦੂਜੇ ਭਰਾ ਦਾ ਨਾਮ ਹੈ ਬਾਬਾ ਜੀਤ ਮਲ ਜੀ। ਗੁਰੂ ਹਰਗੋਬਿੰਦ ਸਾਹਿਬ ਦੇ ਦੋਤਰੇ ਨੇ। ਰਿਪਗਨ ਮ੍ਰਿਗਨ ਸ਼ੇਰ ਜਿਮ ਕ੍ਰੋਧਾ। ਕਹਿਣ ਲੱਗੇ ਉਹ ਬੜੇ ਵੱਡੇ ਯੋਧੇ ਆ। ਵੈਰੀਆਂ ਦੇ ਉੱਤੇ ਤਾਂ ਮਾਨੋ ਜਿਵੇਂ ਸ਼ੇਰ ਨਹੀਂ ਟੁੱਟ ਕੇ ਪੈਂਦਾ, ਇਹੋ ਜਿਹੇ ਹਨ। ਨਾਮ ਗੁਲਾਬ ਚੰਦ ਹੈ ਤੀਜੋ। ਤੀਜੇ ਭਰਾ ਦਾ ਨਾਮ ਹੈ ਬਾਬਾ ਗੁਲਾਬ ਚੰਦ ਜੀ। ਮੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦਾ ਦੋਤਰਾ ਹੈ ਤੀਸਰਾ। ਜਿਹ ਸਮ ਤੁਪਕ ਹਤੈ ਨਹਿ ਬੀਜੋ। ਕਹਿਣ ਲੱਗੇ ਬੰਦੂਕ ਚਲਾਉਣ ਵਿੱਚ ਇੰਨੇ ਮਾਹਰ ਸਨ, ਇਹਨਾਂ ਵਰਗੀ ਬੰਦੂਕ ਨਹੀਂ ਕੋਈ ਚਲਾਉਂਦਾ। ਚਤੁਰਥ ਗੰਗਾ ਰਾਮ ਸੁਹਾਇਓ। ਚੌਥੇ ਭਰਾ ਦਾ ਨਾਮ ਹੈ ਗੰਗਾ ਰਾਮ, ਜਿਹੜਾ ਬਹੁਤ ਉੱਚਾ ਲੰਮਾ ਸੋਹਣਾ ਸੁਨੱਖਾ ਹੈ। ਸ਼ਸਤਰ ਸਜਾਏ ਜੰਗ ਹਿਤ ਆਇਓ। ਉਹ ਵੀ ਸ਼ਸਤਰ ਸਜਾ ਕੇ ਜੰਗ ਵਾਸਤੇ ਆ ਗਏ। ਪੰਚਮ ਚੜਿਓ ਮਾਹਰੀ ਚੰਦ। ਪੰਜਵੇਂ ਭਰਾ ਦਾ ਨਾਮ ਹੈ ਮਾੜੀ ਚੰਦ। ਚਾਹਤ ਉਤਾਇਲ ਸ਼ਤਰੂ ਨਿਕੰਦ। ਉਹਨਾਂ ਨੂੰ ਵੀ ਬੜਾ ਚਾਅ ਵੀ ਆ ਪਹਾੜੀਆਂ ਵੈਰੀਆਂ ਦੁਸ਼ਟਾਂ ਦਾ ਜਿਹੜਾ ਸੰਗ ਆਇਆ ਨਾਸ ਕਰ ਦਿਆਂਗੇ। ਅਪਰ ਚਮੂ ਕੇਤਿਕ ਚੜ ਆਈ। ਬਸ ਛੇਤੀ ਦੇ ਨਾਲ ਸਾਰੀਆਂ ਫੌਜਾਂ ਚੜ ਕੇ ਆ ਗਈਆਂ। ਸਭ ਕੀ ਦ੍ਰਿਸ਼ਟ ਗੁਰੂ ਦ੍ਰਿਸ਼ਟ ਲਗਾਈ। ਤੇ ਸਾਰਿਆਂ ਵੱਲ ਪਹਿਲਾਂ ਤੇ ਗਰੀਬ ਨਵਾਜ ਜੀ ਨੇ ਦ੍ਰਿਸ਼ਟੀ ਮਾਰੀ ਆਪਣੀ ਨੇ। ਦ੍ਰਿਸ਼ਟੀ ਪਾਈ ਜਿਹਨੇ ਤਾਕਤ ਦੇਣੀ ਹੈ, ਜਿਹੜੀ ਅਸਲ ਵਿੱਚ એનર્ਜੀ ਦਾ ਸਰੋਤ ਹੈ, ਉਹ ਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਹੈ। ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ। ਪੇਖ ਕਰ ਬੰਕੇ ਵੀਰ ਮਹਾਨਾ। ਵੇਖਿਆ ਹੈ ਬੰਕੇ ਵੀਰ ਜੋ ਨੌਜਵਾਨ ਤਿਆਰ ਬਰ ਤਿਆਰ ਹਨ। ਸੁਪੱਟ ਸੁਨਾਵਤ ਹੁਕਮ ਬਖਾਨਾ। ਸਾਧ ਸੰਗਤ ਜੀ ਸਾਰੇ ਸੂਰਬੀਰਾਂ ਯੋਧਿਆਂ ਨੂੰ ਗਰੀਬ ਨਵਾਜ ਜੀ ਨੇ ਉੱਚੀ ਸੁਣਾ ਕੇ ਬਚਨ ਕੀਤਾ। ਪੰਘਾਣੀ ਗਾਡਿਓ ਰਣ ਥੰਬਾ। ਮਹਾਰਾਜ ਕਹਿਣ ਲੱਗੇ ਪੰਘਾਣੀ ਵਾਲੇ ਥਾਂ ਤੇ ਆਪਾਂ ਯੁੱਧ ਕਰਾਂਗੇ। ਹਿਤ ਲਰਬੇ ਸੋ ਥਾਨ ਅਚੰਬਾ। ਲੜਨ ਵਾਸਤੇ ਉਹ ਥਾਂ ਬਹੁਤ ਵਧੀਆ ਹੈ। ਉਤ ਤੇ ਕੂਚ ਕਰੇ ਰਿਪ ਆਏ। ਸੁਣਿਆ ਹੈ ਉਧਰੋਂ ਫਤਿਹ ਸ਼ਾਹ ਦੀ ਫੌਜ ਜਿਹੜੀ ਹੈ ਉਹ ਤੁਰ ਪਈ ਹੈ। ਇਤ ਤੇ ਤੁਮ ਗਮਨੋ ਅਗਵਾਏ। ਭਾਈ ਹੁਣ ਇਧਰੋਂ ਅਸੀਂ ਤੁਸੀਂ ਸਾਰੇ ਚੱਲੋ। ਰੋਕੋ ਆਗਾ ਸ਼ਤਰੁਨ ਕੇਰਾ। ਜਾਓ ਜਾ ਕੇ ਵੈਰੀਆਂ ਨੂੰ ਰੋਕੋ, ਅੱਗੇ ਚਲੇ ਜਾਵੋ। ਤਿਹ ਘਾਲੋ ਕਮਸਾਨ ਕਨੇਰਾ। ਵੱਡਾ ਯੁੱਧ ਤੁਸਾਂ ਨੇ ਹੁਣ ਅੱਗੇ ਜਾ ਕੇ ਕਰਨਾ ਹੈ। ਸੰਗੋ ਸ਼ਾਹ ਹੁਕਮ ਗੁਰ ਸੁਨ ਕੈ। ਬਾਬਾ ਸੰਗੋ ਸ਼ਾਹ ਜੀ ਨੇ ਜਦੋਂ ਗਰੀਬ ਨਵਾਜ ਮਹਾਰਾਜ ਦੇ ਮੁਖੋਂ ਬਚਨ ਸੁਣੇ, ਔਰ ਉਤਸ਼ਾਹ ਵਧਿਓ ਹਿਤ ਰਣ ਕੈ। ਬਸ ਉਹ ਤੇ ਚਾਹੁੰਦੇ ਸੀਗੇ ਜੀ ਰਣ ਦੇਖ ਸੂਰੇ ਚਿੱਤ ਉਲਾਸ। ਸਾਧ ਸੰਗਤ ਉਹਨਾਂ ਨੂੰ ਚਾਅ ਚੜ ਗਿਆ। ਮਹਾਰਾਜ ਕਿਆ ਅਹੈ ਪਹਾਰੀ। ਹੇ ਮਹਾਰਾਜ, ਹੇ ਸਤਿਗੁਰੂ ਜੀ,
ਮਹਾਰਾਜ ਇਹ ਫੌਜ ਪਹਾੜੀਆਂ ਦੀ ਕੀ ਹੈ, ਠਹਿਰ ਨਾ ਸਕਹਿ ਜੰਗ ਮਝਾਰੀ। ਤਾਂ ਆਪ ਜੀ ਦੀ ਮਿਹਰ ਚਾਹੀਦੀ ਹੈ। ਸੱਚੇ ਪਾਤਸ਼ਾਹ ਇਹ ਜੰਗ ਵਿੱਚ ਸਾਡੇ ਸਾਹਮਣੇ ਨਹੀਂ ਖਲੋ ਸਕਦੇ। ਇਕੱਠੇ ਬ੍ਰਿੰਦ ਭਏ ਤੋ ਕਹਾਂ। ਫੇਰ ਕੀ ਹੋਇਆ? ਮਹਾਰਾਜ ਇਹ ਸਾਰੇ ਪਹਾੜੀਏ ਇਕੱਠੇ ਹੋ ਕੇ ਆ ਗਏ ਹਨ। ਮ੍ਰਿਗ ਸਮ ਚਲ ਹੈ ਸ਼ੇਰ ਪਿਖ ਮਹਾ। ਪਰ ਆਪ ਜੀ ਦਾ ਪ੍ਰਤਾਪ ਇਹੋ ਜਿਹਾ ਹੈ, ਮਹਾਰਾਜ ਹਿਰਣਾਂ ਦੀਆਂ ਡਾਰਾਂ ਵਾਂਗੂ ਭੱਜ ਜਾਣਗੇ। ਇਮ ਕਹਿ ਗਮਨਿਓ ਦਿਸ਼ ਰਣ ਖੇਤ। ਬਾਬਾ ਸੰਗੋ ਸ਼ਾਹ ਜੀ ਕੁਝ ਗੁਰਸਿੱਖਾਂ ਨੂੰ ਲੈ ਕੇ ਪੰਘਾਣੀ ਵੱਲ ਗਏ ਹਨ। ਜਹ ਪੰਘਾਣੀ ਕੀਨ ਸਕੇਤ। ਜਿੱਥੇ ਸੰਕੇਤ ਸੀਗਾ ਜੰਗ ਲੜਨੀ ਸੀ। ਕਿਤਕ ਚਮੂ ਤਿਨਕੇ ਸੰਗ ਚੜੀ। ਕੁਝ ਫੌਜ ਮਹਾਰਾਜ ਨੇ ਉਹਨਾਂ ਦੇ ਨਾਲ ਭੇਜੀ। ਲਰਬੇ ਹੇਤ ਚੌਂਪ ਚਿਤ ਬੜੀ। ਤੇ ਐ ਲੜਨ ਵਾਸਤੇ ਬੜਾ ਚਾਹ ਹੈ। ਪਾਂਚੋਂ ਭਰਾਤ ਕੁਦਾਏ ਤੁਰੰਗ। ਪੰਜਾਂ ਭਰਾਵਾਂ ਨੇ ਫਿਰ ਘੋੜਿਆਂ ਨੂੰ ਟਪਾਇਆ। ਚੱਲੇ ਚਲਾਵਤ ਬ੍ਰਿੰਦ ਤੂਫਾਨ। ਬੰਦੂਕਾਂ ਚਲਾਉਂਦੇ ਜਕਾਰੇ ਲਾਉਂਦੇ ਸਾਧ ਸੰਗਤ ਜੀ ਪੰਘਾਣੀ ਨੂੰ ਤੁਰ ਪਏ। ਰੋਕਿਓ ਜਾਏ ਪੰਘਾਣੀ ਆਗਾ। ਐਨ ਜਾ ਕੇ ਪੰਘਾਣੀ ਵਾਲੀ ਥਾਂ ਰੋਕ ਲਈ ਵੀ ਪੌਂਟੇ ਉੱਤੇ ਹਮਲਾ ਨਹੀਂ ਕਰਨ ਦਿਆਂਗੇ, ਪੌਂਟਾ ਸਾਹਿਬ ਉੱਤੇ ਹਮਲਾ ਨਹੀਂ ਕਰਨ ਦੇਵਾਂਗੇ। ਦੋਹਾਂ ਦਿਸ਼ ਭੇਰ ਪਰਨ ਤਬ ਲਾਗਾ। ਤੇ ਦੋਵਾਂ ਪਾਸੇ ਹੁਣ ਭੇੜ ਹੋਣ ਲੱਗਾ, ਮੁਕਾਬਲਾ ਹੋਣ ਲੱਗਾ। ਉਹ ਪ੍ਰਸੰਗ ਅਗਲੇ ਦਿਨਾਂ ਵਿੱਚ ਸਾਧ ਸੰਗਤ ਜੀ ਸਰਵਣ ਕਰਾਂਗੇ। ਵੇਖੋ ਇਹ ਸਭ ਤੋਂ ਅੱਗੇ ਕੌਣ ਗਿਆ? ਇਹ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ ਸਤਿਗੁਰੂ ਜੀ ਦਾ ਦੋਤਰਾ ਗਿਆ ਹੈ। ਮਹਾਰਾਜ ਜੀ ਨਾਨਾ ਜੀ ਨੇ ਬਾਬਾ ਸੰਗੋ ਸ਼ਾਹ ਦੇ, ਤੇ ਖੁਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਨੂੰ ਆਪਣੇ ਭਰਾ ਕਹਿੰਦੇ ਆ, ਹੈ ਵੀ ਭਰਾ ਨੇ। ਤੇ ਚਾਅ ਨਾਲ ਗਏ ਆ। ਤੇ ਕਿਵੇਂ ਫਿਰ ਜਾ ਕੇ ਦੁਸ਼ਟਾਂ ਦੇ ਆਹੂ ਲਾਉਂਦੇ ਆ। ਉਹ ਸਾਧ ਸੰਗਤ ਜੀ ਅਗਲੇ ਪ੍ਰਸੰਗਾਂ ਵਿੱਚ ਕਥਾ ਆਵੇਗੀ। ਆਪਾਂ ਮਹਾਰਾਜ ਜੀ ਦੀ ਕਥਾ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਵੇਖ ਲਓ ਹਰ ਸਮੇਂ ਗੁਰੂ ਜੀ ਦੀ ਆਗਿਆ ਵਿੱਚ ਰਹਿਣਾ ਜੀ, ਹਰ ਸਮੇਂ। ਉਸੇ ਵੇਲੇ ਗਏ ਕਿ ਨਹੀਂ ਘੋੜੇ ਟਪਾਉਂਦੇ,
ਪੰਜੇ ਹੀ ਭਰਾ, ਸਭ ਤੋਂ ਅੱਗੇ ਬਾਬਾ ਸੰਗੋ ਸ਼ਾਹ ਜੀ ਲੱਗੇ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਅਗਲੇ ਪ੍ਰਸੰਗ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਸਾਰੀ ਸੰਗਤ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।